ਜੇ ਅਸੀਂ ਤੇਰੇ ਮਰਜ਼ੀ ਦੀ ਗੱਲ ਕਰ ਦਈਏ ਤਾਂ ਠੀਕ ਹੈ, ਫਿਰ ਤਾਂ ਲਿਫਾਫਾ ਕਲਚਰ ਕੁਝ ਨਹੀਂ ਕਹਿੰਦਾ, ਤੇ ਜੇ ਅਸੀਂ ਮਰਜ਼ੀ ਦੀ ਨਹੀਂ ਕਰਦੇ ਫਿਰ ਲਿਫਾਫਾ ਕਲਚਰ ਚੁੰਡੀਆਂ ਵੱਢਦਾ। ਦੇ ਵਿੱਚ ਪਈ ਨਹੀਂ, ਸਮਝ ਨਹੀਂ ਪਾਏ, ਜਾਂ ਹੁਣ ਉਹੀ ਗੱਲ। ਇਹਦਾ ਜਵਾਬ ਤਾਂ ਤੁਸੀਂ ਬੀਬੀ ਜੀ ਤੋਂ ਲਓ, ਮੈਥੋਂ ਕਿ ਲੈਣੇ ਆ, ਉਹਨਾਂ ਤੋਂ ਲਓ ਜਿਹਨਾਂ ਦੇ ਜ਼ਹਿਨ 'ਚ ਪੈਣੀ ਚਾਹੀਦੀ ਸੀ, ਨਹੀਂ ਪਈ। ਜੇ ਬੀਬੀ ਜੀ ਇੱਕੋ ਹੀ ਏਜੰਡਾ ਲੈ ਕੇ ਚੱਲਦੇ ਆ ਕਿ ਮੈਂ ਸੇਵਾ ਕਰਨੀ ਚਾਹੁੰਦੀ, ਮੇਰਾ ਮਨ ਹੈ ਮੈਂ ਸੇਵਾ ਕਰਾਂ। ਇੱਕੋ ਹੀ ਏਜੰਡਾ ਉਹਨਾਂ ਦਾ ਕਿ ਮੈਨੂੰ ਪ੍ਰਧਾਨਗੀ ਦਾ ਮੌਕਾ ਦਿਓ, ਮੇਰਾ ਮਨ ਹੈ ਮੈਂ ਸੇਵਾ ਕਰਾਂ। ਸੀ ਲਿਫਾਫੇ ਵਾਲੀ ਕਿ ਲਿਫਾਫੇ ਚੋਂ ਨਿਕਲਦਾ, ਪਰ ਉਹਨਾਂ ਨੇ ਕਲੀਅਰ, ਉਹਨਾਂ ਨੇ ਖੁਦ ਕਿਹਾ, ਕਹਿੰਦੇ ਕਿ ਮੈਂ ਤਾਂ ਆਪ 4 ਵਾਰ ਇਸੇ ਤਰੀਕੇ ਨਾਲ ਬਣੀ ਹੈ ਪ੍ਰਧਾਨ, ਕਹਿੰਦੇ ਬੀਬੀ ਜਗੀਰ ਕੌਰ ਨੇ, ਔਰ ਰਿਕਾਰਡ ਕਹੀ ਹੈ ਮਲੂਕਾ ਸਾਹਿਬ ਇਹ ਹੋਣੀ ਹੈ। ਮੈਂ ਕਿਹਾ ਚੋਣ ਹੁੰਦੀ ਹੈ ਤੇ ਮੈਂਬਰ ਜਿਹਨੂੰ ਮਰਜ਼ੀ ਚੁਣ ਲੈਣ। ਉੱਥੇ ਕਿਸੇ ਨੇ ਠਾਇਆ ਮੈਂਬਰਾਂ ਤੇ ਬੱਦੀ ਲਾਈ ਹੈ ਕਿਸੇ ਨੇ। ਅਕਾਲੀ ਦਲ ਦੇ ਮੈਂਬਰਾਂ ਨੇ ਤਾਂ ਅਕਾਲੀ ਦਲ ਨੂੰ ਵੋਟ ਪਾਉਣੀ ਹੈ, ਦੂਜੇ ਪਾਸੇ ਕਿਵੇਂ ਪਾ ਦੇਣਗੇ? ਮੰਗਿਆ ਗਿਆ 48 ਘੰਟਿਆਂ ਅੰਦਰ, ਉਹ ਕਹਿੰਦੇ ਕਿ ਮੈਂ ਕੋਈ ਗਲਤੀ ਨਹੀਂ ਕੀਤਾ ਤਾਂ ਜਵਾਬ ਨਹੀਂ ਦੇਣਾ। ਅਗਰ ਜਵਾਬ ਨਹੀਂ ਦਿੰਦੇ ਤਾਂ ਕੀ ਐਕਸ਼ਨ ਹੋਏਗਾ ਮਲੂਕਾ ਸਾਹਿਬ? ਪਰ ਜਿੱਦ ਨਹੀਂ ਕਰਨੀ ਚਾਹੀਦੀ ਪਾਰਟੀ ਦੀ ਕਿ ਮੈਂ ਹੀ ਪ੍ਰਧਾਨ ਬਣਨਾ, ਹੋਰ ਨਹੀਂ ਕੋਈ ਬਣ ਸਕਦਾ। ਸੁਖਬੀਰ ਸਿੰਘ ਬਾਦਲ ਦੀ ਕੋਸ਼ਿਸ਼ ਕਰਨ ਰੁੱਸਿਆਂ ਨੂੰ ਮਨਾਉਣ ਵਾਸਤੇ, ਜਾਂ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋਈ? ਨਹੀਂ, ਸੁਖਬੀਰ ਸਿੰਘ ਬਾਦਲ ਜੀ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਨੇ, ਕਦੇ ਵੀ ਨਹੀਂ ਨਾ ਕਰਦਾ ਬੀਬੀ ਜੀ ਨੂੰ। ਬੀਜੇਪੀ ਨਾਲ ਅਲਾਇੰਸ ਅਸੀਂ ਬਹੁਤ ਚਿਰ ਇਕੱਠੇ ਰਹੇ ਹਾਂ, ਚੰਗੀ ਗੱਲ ਹੈ। ਜੇ ਅਲਾਇੰਸ ਹੋ ਜਾਂਦਾ ਤਾਂ ਆਪਦੇ ਸਾਥੀ ਅਸੀਂ ਪਹਿਲਾਂ ਇਕੱਠੇ ਹੀ ਰਹੇ ਹਾਂ, ਜੇ ਫਿਰ ਇਕੱਠੇ ਹੋ ਜਾਂਦੇ ਤਾਂ ਕੋਈ ਮਾੜੀ ਗੱਲ ਨਹੀਂ, ਮੈਂ ਵੀ ਵੈਲਕਮ ਕਰੂੰਗਾ ਉਸ ਗੱਲ ਨਾਲ। ਪਰ ਜੇ ਨਹੀਂ ਵੀ ਅਲਾਉਂਸ ਹੁੰਦਾ ਤਾਂ ਕੋਈ ਜ਼ਰੂਰੀ ਨਹੀਂ, ਜਿਨ੍ਹਾਂ ਨਾਲ ਬੀਜੇਪੀ ਹੈ ਨਹੀਂ ਉਹ ਕਿਹੜੇ ਜਿੱਤਦੇ ਨਹੀਂ ਹੈਗੇ। ਆਮ ਆਦਮੀ ਪਾਰਟੀ ਨੇ ਕਿਹੜਾ ਬੀਜੇਪੀ ਸੀਗੀ ਪੰਜਾਬ 'ਚ, ਕਿਵੇਂ ਜਿੱਤੇ? ਹਨੇਰੇ ਨੂੰ ਜਿੱਤ ਗਏ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਖਿਲਰੇ ਹੋਏ ਖਲਾਰੇ ਸਾਂਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਬੀਬੀ ਜਗੀਰ ਕੌਰ ਨੂੰ ਸਸਪੈਂਡ ਕੀਤਾ ਗਿਆ, ਉਸ ਤੋਂ ਪਹਿਲਾਂ ਉਹਨਾਂ ਨੇ ਮੋਰਚਾ ਖੋਲ੍ਹਿਆ ਸੀ, ਪਰ ਉਸ ਤੋਂ ਬਾਅਦ ਵੀ ਲਗਾਤਾਰ ਬੀਬੀ ਜਗੀਰ ਕੌਰ ਹੁਣਾਂ ਦੇ ਬਾਗੀ ਤੇਵਰ ਬਰਕਰਾਰ ਨੇ, ਔਰ ਰੋਜ਼ਾਨਾ ਨਵੀਂ ਗੱਲ ਦਾ ਖੁਲਾਸਾ ਕਰਦੇ ਹੋਏ ਨਜ਼ਰ ਆਉਂਦੇ ਆ ਬੀਬੀ ਜਗੀਰ ਕੌਰ। ਔਰ ਅੱਜ ਵੀ ਬਹੁਤ ਸਾਰੀਆਂ ਨਵੀਆਂ ਗੱਲਾਂ ਉਹਨਾਂ ਨੇ ਕਹੀਆਂ ਜਿਹੜੀਆਂ ਪਹਿਲਾਂ ਕਦੇ ਨਹੀਂ ਬੋਲੀਆਂ ਜਾਂ ਲੋਕਾਂ ਦੇ ਵਿੱਚ ਪਰਸੈਪਸ਼ਨ ਸੀ, ਪਰ ਉਹ ਉਹਨਾਂ ਗੱਲਾਂ ਨੂੰ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਆ। ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਗੱਲਬਾਤ ਕਰਦੇ ਹਾਂ। ਮਲੂਕਾ ਸਾਹਿਬ, ਸਵਾਗਤ ਹੈ ਬਹੁਤ-ਬਹੁਤ ਪ੍ਰੋ ਪੰਜਾਬ ਟੀਵੀ ਤੇ। ਮੇਰੇ ਵੱਲੋਂ ਵੀ ਜੀ ਤੁਹਾਨੂੰ ਸਾਰਿਆਂ ਨੂੰ, ਪ੍ਰੋ ਪੰਜਾਬ ਟੀਵੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਮਲੂਕਾ ਸਾਹਿਬ, ਚੱਲ ਕੀ ਰਿਹਾ ਸ਼੍ਰੋਮਣੀ ਅਕਾਲੀ ਦਲ 'ਚ? ਬਣੂਗਾ ਕਿ ਲਗਾਤਾਰ ਰਿਵਾਈਵਲ ਦੀਆਂ ਕੋਸ਼ਿਸ਼ਾਂ, ਪਰ ਵੱਡੇ ਕਈ ਆਗੂ ਛੱਡ ਗਏ, ਉੱਥੇ ਹੁਣ ਬੀਬੀ ਜਗੀਰ ਕੌਰ ਹੋਣਾ ਤੇ ਕਾਰਵਾਈ ਦੀ ਗੱਲ ਲੱਗਦਾ ਮੁੜਨਗੇ ਉਹ ਕਿ ਨਹੀਂ, ਜਿਵੇਂ ਉਸ ਤੋਂ ਬਾਅਦ ਲਗਾਤਾਰ ਉਹ ਹੋਰ ਆਕ੍ਰਾਮਕ ਹੁੰਦੇ ਹੋਏ ਨਜ਼ਰ ਆ ਰਹੇ ਆ? ਨਹੀਂ, ਵੇਖੋ, ਜਿੱਥੋਂ ਦੀ ਅਕਾਲੀ ਦਲ ਦੀ ਗੱਲ ਆ, ਅਕਾਲੀ ਦਲ ਨੇ ਬੜਾ ਕੁਝ ਵੇਖਿਆ, ਉਤਰਾਅ ਚੜਾਅ ਬਹੁਤ ਵਾਰੀ ਆਏ ਅਕਾਲੀ ਦਲ ਦੇ ਵਿੱਚ। ਥੱਲੇ ਵੀ ਜ਼ਿਆਦਾ ਰਿਹਾ ਕੰਮ, ਤੇ ਫਿਰ ਬੜਾ ਤੇਜ਼ੀ ਨਾਲ ਤਾਂ ਵੀ ਆਉਂਦਾ ਰਿਹਾ। ਇਹ ਅੱਜ ਪਹਿਲੀ ਵਾਰ ਸਥਿਤੀ ਨਹੀਂ ਪੈਦਾ ਹੋਈ, ਅੱਗੇ ਵੀ ਹੁੰਦੀ ਰਹੀ ਅਕਾਲੀ ਦਲ ਦੇ ਵਿੱਚ, ਤੇ ਅਕਾਲੀ ਦਲ ਹਮੇਸ਼ਾ ਹੀ ਤਕੜਾ ਹੋ ਕੇ ਨਿਕਲਿਆ। ਸਾਨੂੰ ਹਲੇ ਵੀ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਹੀ ਤਕੜਾ ਹੋ ਕੇ ਨਿਕਲੇਗਾ, ਕਿਉਂਕਿ ਨਵੇਂ ਵੀ ਲੋਕਾਂ ਨੇ ਦੇਖ ਲਏ। ਪਹਿਲਾਂ ਨਵਿਆਂ ਦੀ ਗੱਲ ਬੜੇ ਚਿਰ ਦੀ ਚੱਲਦੀ ਸੀ, ਕਈ ਸਾਲਾਂ ਦੀ, ਉਹ ਵੀ ਨਿਬੜ ਗਿਆ ਕੰਮ, ਨਵੇਂ ਲੋਕਾਂ ਨੇ ਦੇਖ ਲਏ। ਬਾਕੀ ਕਾਂਗਰਸ ਦਾ ਆਪਾਂ ਨੂੰ ਪਤਾ ਹੀ ਹੈ। ਸੋ ਮੈਨੂੰ ਲੱਗਦਾ ਕਿ ਭਵਿੱਖ ਤਾਂ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦਾ ਹੀ ਹੈ। ਬਾਕੀ ਫੈਸਲਾ ਤਾਂ ਲੋਕਾਂ ਨੇ ਕਰਨਾ ਹੁੰਦਾ, ਪਬਲਿਕ ਨੇ ਕਰਨਾ ਹੁੰਦਾ। ਜੇ ਪਬਲਿਕ ਅਕਾਲੀ ਦਲ ਦਾ ਸਾਥ ਦੇਗੀ ਤਾਂ ਅਕਾਲੀ ਦਲ ਜ਼ਰੂਰ ਤਕੜਾ ਹੋਏਗਾ, ਤੇ ਜੇ ਪਬਲਿਕ ਸਾਡਾ ਸਾਥ ਨਹੀਂ ਦੇਗੀ, ਲੀਡਰ ਤਾਂ ਅਸੀਂ ਸਾਰੇ ਸੀਗੇ ਹੀ, ਲੀਡਰ ਤਾਂ ਅਸੀਂ 17 'ਚ ਵੀ ਸਾਰੇ ਇਹੀ ਸੀਗੇ, ਅਸੀਂ ਲੀਡਰ ਸਾਰੇ 22 'ਚ ਵੀ ਸਾਰੇ ਇਹੀ ਸੀਗੇ, ਤੇ ਫਿਰ ਉਸ ਵੇਲੇ ਤਾਂ ਸਾਰੇ ਲੀਡਰ ਸੀਗੇ। ਵੋਟਾਂ ਸਾਨੂੰ ਘੱਟ ਪਈਆਂ, ਇਹਦੇ 'ਚ ਮੰਨ ਲੈਣਾ ਚਾਹੀਦਾ, ਕੋਈ ਦੋ ਰਿਆਂ ਨਹੀਂ ਹੈਗੀਆਂ, ਸਾਡੀਆਂ ਸੀਟਾਂ ਵੀ ਘੱਟ ਆਈਆਂ ਨੇ ਤੇ ਵੋਟਾਂ ਵੀ ਘੱਟ ਪਈਆਂ ਨੇ। ਤੇ ਫੈਸਲਾ ਲੋਕਾਂ ਨੇ ਕਰਨਾ ਹੈ, ਲੀਡਰਾਂ ਦੇ ਨਾਲ ਨਹੀਂ ਹੁੰਦਾ ਕਿ ਲੀਡਰ ਕੋਈ ਆ ਗਿਆ, ਕੋਈ ਉੱਠ ਗਿਆ। ਲੀਡਰ ਤਾਂ ਲੋਕ ਬਣਾਉਂਦੇ ਨੇ, ਲੋਕਾਂ ਨੇ ਨਵੇਂ ਲੀਡਰ ਬਣਾ ਨਹੀਂ ਦਿੱਤੇ ਤੁਹਾਡੇ ਸਾਹਮਣੇ, ਆਮ ਆਦਮੀ ਪਾਰਟੀ ਵਾਲੇ। ਸੋ ਫੈਸਲਾ ਲੋਕਾਂ ਨੇ ਕਰਨਾ। ਜੇ ਲੋਕ ਸਾਡੇ ਨਾਲ ਹੋਣਗੇ ਫਿਰ ਅਕਾਲੀ ਦਲ ਬੜੀ ਚੜ੍ਹਾਈ 'ਚ ਜਾਏਗਾ, ਜੇ ਲੋਕ ਸਾਡੇ ਨਾਲ ਨਹੀਂ ਹੋਣਗੇ ਤਾਂ ਫਿਰ ਅਕਾਲੀ ਦਲ, ਭਾਵੇਂ ਇਹ ਲੀਡਰ ਜਿਹੜੇ ਗਏ ਆ ਇਹ ਵੀ ਵਾਪਸ ਆ ਜਾਣ, ਭਾਵੇਂ 4 ਹੋਰ ਵੀ ਆ ਜਾਣ, ਫਿਰ ਨਹੀਂ ਕਰੇਗਾ। ਪੁਰਾਣੇ ਲੀਡਰ ਉਹੀ ਜਿਨ੍ਹਾਂ ਨੂੰ ਬਹੁਤ ਸਾਰੇ ਰਾਜ਼ ਪਤਾ ਹੁੰਦੇ ਆ, ਜਾਂ ਕਿਹਾ ਜਾਵੇ ਕਿ ਰਾਜਦਾਰ ਹੁੰਦੇ ਆ, ਉਹ ਜਦੋਂ ਲੋਕਾਂ ਦੀ ਪਰਸੈਪਸ਼ਨ ਨੂੰ ਕਲੀਅਰ ਕਰਦੇ ਨੇ ਕਿ ਹਾਂ ਲੋਕ ਠੀਕ ਕਹਿ ਰਹੇ ਆ, ਬਿਲਕੁਲ ਇਸੇ ਤਰ੍ਹਾਂ ਹੋ ਰਿਹਾ, ਤਾਂ ਫਿਰ ਉਭਾਰ ਕਿਵੇਂ ਆਏਗਾ, ਫਿਰ ਪੋਸੀਬਲ ਕਿਵੇਂ? ਬੀਬੀ ਜਗੀਰ ਕੌਰ ਨੇ ਸਿੱਧਾ ਕਿਹਾ, ਕਹਿੰਦੇ ਕੋਸ਼ਿਸ਼ਾਂ ਚੱਲ ਰਹੀਆਂ। ਦਲਜੀਤ ਸਿੰਘ ਚੀਮਾ ਹੁਣੇ ਜਾ ਕੇ ਆਏ ਘਰੇ, ਉਹ ਗੱਲ ਕਿਸੇ ਨੂੰ ਨਹੀਂ ਪਤਾ ਸੀ, ਉਹਨਾਂ ਨੇ ਕਿਹਾ ਕਿ ਕਹਿੰਦੇ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ, ਬੀਜੇਪੀ ਦੇ ਨਾਲ ਅਲਾਇੰਸ ਦੀਆਂ। ਔਰ ਕਹਿੰਦੇ ਕਿ ਚੀਮਾ ਸਾਹਿਬ ਨੇ ਆਪਦੇ ਮੂੰਹ ਇਹ ਗੱਲ ਕਹੀ ਹੈ ਵੀ ਜੇ ਅਲਾਇੰਸ ਨਾ ਹੋਇਆ ਬੀਜੇਪੀ ਦੇ ਨਾਲ 2024 'ਚ, ਤਾਂ ਨਾ ਸਾਡੀ ਕੋਈ ਇੱਕ ਸੀਟ ਆਉਣੀ ਹੈ, ਨਾ ਉਹਨਾਂ ਦੀ ਕੋਈ ਸੀਟ ਆਉਣੀ ਹੈ। ਇਹੋ ਜਿਹੀਆਂ ਗੱਲਾਂ ਨਹੀਂ, ਕੋਈ ਜ਼ਰੂਰੀ ਨਹੀਂ। ਬੀਜੇਪੀ ਨਾਲ ਅਲਾਇੰਸ ਅਸੀਂ ਬਹੁਤ ਚਿਰ ਇਕੱਠੇ ਰਹੇ ਹਾਂ, ਚੰਗੀ ਗੱਲ ਹੈ। ਜੇ ਅਲਾਇੰਸ ਹੋ ਜਾਂਦਾ ਤਾਂ ਆਪਦੇ ਸਾਥੀ ਅਸੀਂ ਪਹਿਲਾਂ ਇਕੱਠੇ ਹੀ ਰਹੇ ਹਾਂ, ਜੇ ਫਿਰ ਇਕੱਠੇ ਹੋ ਜਾਂਦੇ ਤਾਂ ਕੋਈ ਮਾੜੀ ਗੱਲ ਨਹੀਂ, ਮੈਂ ਵੀ ਵੈਲਕਮ ਕਰੂੰਗਾ ਉਸ ਗੱਲ ਨਾਲ। ਪਰ ਜੇ ਨਹੀਂ ਵੀ ਅਲਾਊਂਸ ਹੁੰਦਾ ਤਾਂ ਕੋਈ ਜ਼ਰੂਰੀ ਨਹੀਂ, ਜਿਨ੍ਹਾਂ ਨਾਲ ਬੀਜੇਪੀ ਹੈ ਨਹੀਂ ਉਹ ਕਿਹੜਾ ਜਿੱਤਦੇ ਨਹੀਂ ਹੈਗੇ। ਆਮ ਆਦਮੀ ਪਾਰਟੀ ਨੇ ਕਿਹੜਾ ਬੀਜੇਪੀ ਸੀਗੀ ਪੰਜਾਬ 'ਚ, ਕਿਵੇਂ ਜਿੱਤੇ? ਹਨੇਰੀ ਨੂੰ ਜਿੱਤ ਗਏ ਇਹ। ਪਹਿਲਾਂ ਕਾਂਗਰਸ ਜਿੱਤੀ, ਉਦੋਂ ਬੀਜੇਪੀ ਕਿਹੜਾ ਕਾਂਗਰਸ ਨਾਲ ਸੀਗੀ। ਸੋ ਕੋਈ ਜ਼ਰੂਰੀ ਨਹੀਂ ਕਿ ਬੀਜੇਪੀ ਹਰੇਕ ਨੂੰ ਜਿਤਾਊਗੀ। ਸੋ ਸਾਡਾ ਅਲਾਇੰਸ ਰਿਹਾ, ਅਸੀਂ ਇਕੱਠੇ ਰਹੇ ਹਾਂ, ਸਾਡੀਆਂ ਕਈ ਗੱਲਾਂ ਮਿਲਦੀਆਂ ਨੇ,
ਜੇ ਅਸੀਂ ਇਕੱਠੇ ਹੋ ਜਾਂਦੇ ਚੰਗੀ ਗੱਲ ਹੈ, ਉਹਦਾ ਫਾਇਦਾ ਹੋਏਗਾ ਦੋਨਾਂ ਨੂੰ। ਕੋਈ ਇਹ ਨਹੀਂ ਕਿ ਸਾਨੂੰ ਇਕੱਲਿਆਂ ਨੂੰ ਫਾਇਦਾ ਹੋਏਗਾ, ਬੀਜੇਪੀ ਨੂੰ ਵੀ ਫਾਇਦਾ ਹੋਏਗਾ। ਬਾਕੀ ਅਲਾਇੰਸ ਜਦੋਂ ਕਰਨਾ ਉਦੋਂ ਫਿਰ ਦੋਨਾਂ ਧਿਰਾਂ ਦਾ ਦਿਲੋਂ ਹੁੰਦਾ ਹੈ। ਜੇ ਦੋਨੇ ਧਿਰਾਂ ਦਿਲੋਂ ਕਰਨਗੀਆਂ ਤੇ ਲੋਕ ਵੀ ਉਹਨੂੰ ਮੰਨ ਲੈਣਗੇ। ਜੇ ਐਂ ਇੱਕ ਦੂਜੇ ਨੂੰ ਠਿੱਬੀ ਲਾਉਂਦੇ ਰਹਾਂਗੇ ਫਿਰ ਤਾਂ ਅਲਾਇੰਸ ਵੀ ਨਹੀਂ ਹੋਣਾ ਕੋਈ, ਤੇ ਨਾ ਉਹਦਾ ਕੋਈ ਫਾਇਦਾ ਹੋਣਾ। ਬਾਕੀ ਫੈਸਲੇ ਲੋਕਾਂ ਨੇ ਕਰਨੇ ਆ, ਨਾ ਕਿਸੇ ਅਲਾਇੰਸ ਨੇ ਕਰਨੇ ਆ, ਨਾ ਕਿਸੇ ਲੀਡਰ ਨੇ ਕਰਨੇ ਆ। ਪਬਲਿਕ ਦਾ ਜਿੱਧਰ ਨੂੰ ਮਨ ਬਣ ਗਿਆ, ਜਨਤਾ ਦਾ ਜਿੱਧਰ ਨੂੰ ਮਨ ਬਣ ਗਿਆ, ਉਹਨੂੰ ਕਾਮਯਾਬੀ ਮਿਲੇਗੀ, ਉਹਦੇ ਤੇ ਪ੍ਰਮਾਤਮਾ ਦੀ ਮਿਹਰ ਹੋਏਗੀ। ਲੋਕ ਯਕੀਨ ਕਰਨਗੇ ਕਿਉਂਕਿ ਫਿਰ ਵਿਧਾਨ ਸਭਾ ਚੋਣਾਂ 'ਚ ਤਾਂ ਬਹੁਤ ਤਿੱਖਾ ਵਰਦੇ ਰਹੇ ਹੋ। ਕਿਸਾਨ ਅੰਦੋਲਨ ਦੇ ਸਮੇਂ ਵੀ ਬੜੇ ਤਿੱਖੇ ਅਕਾਲੀ ਦਲ ਨੇ ਹਮਲੇ ਕੀਤੇ ਆ, ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਬੀਜੇਪੀ ਤੇ ਵਰਦੇ ਰਹੇ ਆ। ਫਿਰ ਉਹ ਚੀਜ਼ਾਂ ਦੁਬਾਰਾ ਕਿਵੇਂ ਇੱਕ ਪਲੇਟਫਾਰਮ ਤੇ ਹੋਣਗੀਆਂ? ਤਾਂ ਵੇਖੋ, ਜਦੋਂ ਲੜਦੇ ਆ, ਸਿਆਣਿਆਂ ਦੀ ਕਹਾਵਤ ਹੈ ਕਿ ਲੜਦਿਆਂ ਦੇ ਮਿਹਣੇ ਤੇ ਗਾਉਂਦਿਆਂ ਦੀਆਂ ਸਿੱਠਣੀਆਂ। ਸਿਆਸਤ ਦੇ ਵਿੱਚ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਜਦੋਂ ਨਹੀਂ ਹੁੰਦਾ ਉਦੋਂ ਇੱਕ ਦੂਜੇ ਨੂੰ ਕਹਿਣਾ ਹੁੰਦਾ ਕੁਛ ਨਾ ਕੁਛ। ਹੋਰ ਕੀ ਹੁੰਦਾ ਸਿਆਸਤ ਦੇ ਵਿੱਚ, ਜਦੋਂ ਤੁਸੀਂ ਪੁੱਛਦੇ ਆ ਕੋਈ ਨਾ ਕੋਈ ਤਾਂ ਸਾਨੂੰ ਤੋਂ ਕਹਿਣਾ ਹੀ ਹੁੰਦਾ। ਹੁਣ ਵੀ ਤੁਹਾਡੀ ਕੋਸ਼ਿਸ਼ ਹੀ ਹੁੰਦੀ ਹੈ ਵੀ ਕੁਛ ਨਾ ਕੁਛ ਕਹਾਈਏ। ਸੋ ਇਹ ਤਾਂ ਸਿਆਸਤ ਦੇ ਵਿੱਚ ਚੱਲਦਾ ਰਹਿੰਦਾ, ਇਹਦਾ ਕੋਈ ਗਿਲਾ ਨਹੀਂ ਕਰਦੇ ਹੁੰਦੇ। ਸਿਆਸਤ ਦੇ ਵਿੱਚ ਚੱਲਦੀਆਂ ਰਹਿੰਦੀਆਂ ਇਹ ਚੀਜ਼ਾਂ। ਪਰ ਹੁਣ ਬੀਬੀ ਜਗੀਰ ਕੌਰ ਵਾਲੇ ਐਪੀਸੋਡ ਨੂੰ ਸਿਕੰਦਰ ਸਿੰਘ ਮਲੂਕਾ ਪਰਸਨਲੀ ਤੌਰ ਤੇ ਕਿਵੇਂ ਦੇਖਦੇ ਆ? ਕੀ ਲੱਗਦਾ ਤੁਹਾਨੂੰ? ਨਹੀਂ, ਮੈਂ ਪਹਿਲਾਂ ਵੀ ਕਹਿਤਾ ਕਿ ਪਾਰਟੀ ਵੱਡੀ ਹੁੰਦੀ ਹੈ ਹਮੇਸ਼ਾ। ਲੋਕ ਵੱਡੇ ਹੁੰਦੇ ਆ, ਪਾਰਟੀ ਵੱਡੀ ਹੁੰਦੀ ਹੈ। ਪਾਰਟੀ ਦੇ ਵਿੱਚ ਜੋ ਪਾਰਟੀ ਕਹਿੰਦੀ ਹੈ ਉਹਦੇ ਤੇ ਚੱਲਣਾ ਪੈਂਦਾ ਹੈ। ਹੁਣ ਬੀਬੀ ਜੀ ਇੱਕੋ ਹੀ ਏਜੰਡਾ ਲੈ ਕੇ ਚੱਲਦੇ ਆ ਕਿ ਮੈਂ ਸੇਵਾ ਕਰਨੀ ਚਾਹੁੰਦੀ ਹਾਂ, ਮੇਰਾ ਮਨ ਹੈ ਮੈਂ ਸੇਵਾ ਕਰਨੀ ਹੈ। ਇੱਕੋ ਹੀ ਏਜੰਡਾ ਉਹਨਾਂ ਦਾ ਕਿ ਮੈਨੂੰ ਪ੍ਰਧਾਨਗੀ ਦਾ ਮੌਕਾ ਦਿਓ, ਮੇਰਾ ਮਨ ਹੈ ਮੈਂ ਸੇਵਾ ਕਰਾਂ। ਜਿਹੜੀ ਸਾਡੇ ਕੋਲੇ ਗੱਲ ਉਹਨਾਂ ਨੇ ਕੀਤੀ ਹੈ, ਕਈ ਵਾਰੀ ਕੀਤੀ, ਇੱਕ ਵਾਰੀ ਨਹੀਂ ਕੀਤੀ। ਪਾਰਟੀ ਪ੍ਰਧਾਨ ਨੇ ਉਹਨਾਂ ਨੂੰ ਸੱਦ ਕੇ ਕਹਿਤਾ, ਚੀਮਾ ਸਾਹਿਬ ਨੂੰ ਵੀ ਪਹਿਲਾਂ ਭੇਜਿਆ ਸੀ, ਫਿਰ ਪਾਰਟੀ ਪ੍ਰਧਾਨ ਨੇ ਸੱਦ ਕੇ ਵੀ ਕਹਿਤਾ, ਫਿਰ ਉਸ ਤੋਂ ਬਾਅਦ ਰਖੜਾ ਸਾਹਿਬ ਤੇ ਚੀਮਾ ਸਾਹਿਬ ਫਿਰ ਵੀ ਗਏ। ਹੋਰ ਵੀ ਕਈ ਬੰਦਿਆਂ ਨਾਲ ਗੱਲਾਂ ਗੁੱਲਾਂ ਬੀਬੀ ਜੀ ਦੀਆਂ ਹੁੰਦੀਆਂ ਰਹੀਆਂ। ਪ੍ਰਧਾਨ ਨੇ ਜਦੋਂ ਸਪਸ਼ਟ ਕਹਿਤਾ ਬੀਬੀ ਜੀ ਐਤਕੀ ਤੁਹਾਨੂੰ ਇਹ ਪ੍ਰਧਾਨਗੀ ਦੀ ਉਮੀਦਵਾਰੀ ਨਹੀਂ ਬਣਾਇਆ ਜਾ ਸਕਦਾ, ਤੁਹਾਨੂੰ ਚੋਣ ਨਹੀਂ ਲੜਾਈ ਜਾ ਸਕਦੀ। ਜਦੋਂ ਪ੍ਰਧਾਨ ਜੀ ਕਹਿ ਦੇਣ ਫਿਰ ਬੀਬੀ ਜੀ ਨੂੰ ਮੇਰੀ ਆਪਣੀ ਰਾਏ ਹੈਗੀ ਹੈ ਕਿ ਮੰਨ ਲੈਣਾ ਚਾਹੀਦਾ ਸੀ, ਫਿਰ ਚੁੱਪ ਕਰ ਜਾਣਾ ਚਾਹੀਦਾ ਸੀ। ਤੇ ਸਾਡੇ ਬੰਦੇ ਰਖੜਾ ਸਾਹਿਬ ਤੇ ਜਿਹੜਾ ਮੈਨੂੰ ਪਤਾ ਲੱਗਿਆ ਚੀਮਾ ਸਾਹਿਬ, ਇਹ ਜਾ ਕੇ ਕਹਿ ਵੀ ਆਏ ਸੀ ਵੀ ਬੀਬੀ ਜੀ ਐਤਕੀ ਤਾਂ ਨਹੀਂ, ਤੇ ਅਗਲੀ ਵਾਰ ਤੁਹਾਨੂੰ ਲੜਾ ਦਿਆਂਗੇ। ਤੇ ਫਿਰ ਵੀ ਕੋਈ ਸਾਲ ਤਾਂ ਐਵੇਂ ਲੰਘ ਜਾਂਦਾ ਹੁੰਦਾ, ਕੀ ਫਰਕ ਪੈਂਦਾ। ਤੇ ਮੈਂ ਤਾਂ ਉਦੋਂ ਵੀ ਅੱਗੇ ਜਾਣਾ ਵੀ ਜੇ ਸੇਵਾ ਕੋਈ ਮੱਲੋ ਮੱਲੀ ਤਾਂ ਨਹੀਂ ਕਰਨੀ, ਜਾਂ ਸੇਵਾ ਕੋਈ ਪ੍ਰਧਾਨ ਬਣ ਕੇ ਤਾਂ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਬਣ ਕੇ ਸੇਵਾ, ਇਹ ਤਾਂ ਮਤਲਬ ਪ੍ਰਧਾਨ ਤਾਂ ਇੱਕ ਨਹੀਂ ਬਣਨਾ, ਤੇ ਸੇਵਾ ਤਾਂ ਉੱਥੇ ਸਾਰੇ ਕਰਦੇ ਨੇ। 180 ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਹੋਰ ਵੀ ਲੋਕ ਨੇ ਜਿਨ੍ਹਾਂ ਦੀ ਸ਼ਰਧਾ, ਜਿਹੜੇ ਮੈਂਬਰ ਵੀ ਹੈ ਨਹੀਂ ਸੇਵਾ ਤਾਂ ਉਹ ਵੀ ਕਰਦੇ ਨੇ, ਬਲਕਿ ਉਹਨਾਂ ਤੋਂ ਜ਼ਿਆਦਾ ਕਰਦੇ ਨੇ। ਸੋ ਇਹ ਕੋਈ ਜ਼ਰੂਰੀ ਨਹੀਂ ਹੁੰਦੀ ਵੀ ਸੇਵਾ ਪ੍ਰਧਾਨ ਬਣ ਕੇ ਕੀਤੀ ਜਾ ਸਕਦੀ ਹੈ ਜਾਂ ਮੈਂਬਰ ਬਣ ਕੇ ਕੀਤੀ ਜਾ ਸਕਦੀ ਹੈ, ਦੂਜੇ ਨਹੀਂ ਸੇਵਾ ਕਰ ਸਕਦੇ। ਸੇਵਾ ਤਾਂ ਸਾਰੀ ਸੰਗਤ ਕਰਦੀ ਹੈ ਗੁਰਦੁਆਰਾ ਸਾਹਿਬਾਨ। ਵਾਲੀ ਤਾਂ ਪਰਸੈਪਸ਼ਨ ਸੀ ਲਿਫਾਫੇ ਵਾਲੀ ਕਿ ਲਿਫਾਫੇ ਚੋਂ ਨਿਕਲਦਾ, ਪਰ ਉਹਨਾਂ ਨੇ ਖੁਦ ਕਿਹਾ, ਕਹਿੰਦੇ ਕਿ ਮੈਂ ਤਾਂ ਆਪ 4 ਵਾਰ ਇਸੇ ਤਰੀਕੇ ਨਾਲ ਬਣੀ ਹੈ ਪ੍ਰਧਾਨ। ਕਹਿੰਦੇ ਬੀਬੀ ਜਗੀਰ ਕੌਰ ਨੇ ਔਨ ਰਿਕਾਰਡ ਕਹੀ ਹੈ ਮਲੂਕਾ ਸਾਹਿਬ ਇਹ ਗੱਲ। ਕਹੀ ਹੋਣੀ ਹੈ, ਮੈਂ ਕਦੇ ਕਿੰਤੂ ਪਰੰਤੂ ਨਹੀਂ ਕਰਦਾ, ਜ਼ਰੂਰ ਕਹੀ ਹੋਊਗੀ। ਹੋਰ ਵੀ ਕੋਈ ਕੁਝ ਕਹਿ ਸਕਦੇ ਨੇ ਬੀਬੀ ਜੀ ਇਸ ਵੇਲੇ ਐਸੀ ਸਥਿਤੀ 'ਚ ਨੇ ਉਹ। ਮੇਰਾ ਮਤਲਬ ਲਿਫਾਫਾ ਕਲਚਰ ਨਹੀਂ ਹੈਗਾ ਕੋਈ। ਇਹ ਸਾਰਾ ਤੁਹਾਡਾ ਜਾਂ ਤਾਂ ਮੀਡੀਆ ਦਾ ਕੀਤਾ ਹੈਗਾ ਸਾਰਾ, ਲਾ ਲਿਫਾਫਾ ਕਰ ਚ ਕੀ ਹੈ ਆਪਾਂ ਉਹਨਾਂ ਨੇ ਔਨ ਰਿਕਾਰਡ ਕਹੀ ਹੈ ਬੀਬੀ ਜੀ ਨੇ। ਮੈਂ ਕਹਿੰਦਾ ਹੋਰਾਂ ਨੇ ਵੀ ਕਹੀ ਹੋਊਗੀ, ਕੱਲੀ ਬੀਬੀ ਨੇ ਕਿਹਾ, ਹੋਰ ਵੀ ਕਹੀ ਜਾਂਦੇ ਨੇ ਪਹਿਲਾਂ। ਕੱਲੀ ਬੀਬੀ ਨੇ ਤਾਂ ਗੱਲ ਤਾਂ ਮੈਂ ਤਾਂ ਕਰਕੇ ਕਹਿ ਰਿਹਾ ਮਲੂਕਾ ਸਾਹਿਬ ਕਿਉਂਕਿ ਉਹ ਤਾਂ 4 ਵਾਰ ਪ੍ਰਧਾਨ ਰਹੇ ਆ, ਇਸ ਕਰਕੇ ਉਹ ਕਹਿੰਦੇ ਮੈਂ ਤਾਂ ਖੁਦ, ਮੈਨੂੰ ਪਤਾ ਲੱਗੇ ਇਸੇ ਤਰੀਕੇ। ਪਹਿਲਾਂ ਮੇਰੀ ਪੂਰੀ ਹੋ ਲੈਣ ਦਿੰਦੇ, ਫਿਰ ਤੁਸੀਂ ਆਪਣੀ ਦੁਬਾਰਾ ਡਿਟੇਲ ਕਰਦੇ। ਮੈਂ ਕਦੋਂ ਕਿਹਾ ਵੀ ਨਹੀਂ ਕਿਹਾ? ਮੈਂ ਤਾਂ ਕਹਿੰਦਾ ਹੋਰਾਂ ਨੇ ਵੀ ਕਿਹਾ। ਕੀ ਹੈ ਲਿਫਾਫਾ ਕਲਚਰ? ਭਾਰਤੀ ਜਨਤਾ ਪਾਰਟੀ ਦਾ ਕਿਸੇ ਸਟੇਟ ਦਾ ਮੁੱਖ ਮੰਤਰੀ ਚੁਣਨਾ ਹੁੰਦੇ, ਕੌਣ ਚੁਣਦਾ? ਉੱਥੇ ਆਪੇ ਚੁਣਦੇ ਐਮਐਲਏ। ਦਿੱਲੀੋਂ 2 ਬੰਦੇ ਆਉਂਦੇ ਨੇ ਜਾਂ 3 ਆਉਂਦੇ ਨੇ, ਉਹ ਆ ਕੇ ਕਹਿੰਦੇ ਨੇ, ਹੁਕਮ ਪ੍ਰਧਾਨ ਮੰਤਰੀ ਜੀ ਦਾ ਹੁੰਦਾ ਜਾਂ ਉਹ ਬੀਜੇਪੀ ਦੇ ਪ੍ਰਧਾਨ ਦਾ ਹੁੰਦਾ, ਉਹ ਐਮਐਲਏ ਦੀ ਰਾਏ ਲੈ ਕੇ ਤੇ ਹੁਕਮ ਸੁਣਾਉਂਦੇ ਨੇ ਤੇ ਸਾਰੇ ਮੰਨ ਲੈਂਦੇ ਨੇ। ਆਪੇ ਕਦੇ 200 150 ਐਮਐਲਏ, 400 300 ਐਮਐਲਏ ਆਪੇ ਚੁਣ ਲੈਣਗੇ ਮੁੱਖ ਮੰਤਰੀ, ਕਦੇ ਸਾਰੇ ਤਿਆਰ ਹੋ ਜਾਣਗੇ। ਇਵੇਂ ਜਿਹੜਾ ਸਾਡਾ 120-25 ਮੈਂਬਰ ਨੇ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ, ਚੁਣ ਲੈਣਗੇ ਆਪੇ ਪ੍ਰਧਾਨ। ਦੇ ਦਿੰਦੇ ਖੁੱਲੀ ਛੁੱਟੀ, ਚੁਣ ਲੈਣਗੇ। 8-10 ਖੜੇ ਹੋ ਜਾਣਗੇ ਤੇ ਫਿਰ ਪਾਰਟੀ ਦੀ ਬੇਇੱਜ਼ਤੀ ਨਹੀਂ ਹੋਊਗੀ। ਹਰੇਕ ਦਾ ਜੀ ਕਰੂਗਾ ਫਿਰ ਮੈਂ ਖੜਾ ਹੋ ਜਾਣਾ, ਜਿੱਦਾਂ ਹਾਰਾਂ। ਸੋ ਇਹ ਐਵੇਂ ਗਲਤਾਂ ਗੱਲਾਂ ਨੇ ਕਹਿਣ ਦੀਆਂ, ਜਾਣ ਕੇ ਪ੍ਰਚਾਰ ਕਰਨ ਦੀਆਂ, ਪਾਰਟੀ ਨੂੰ ਬਦਨਾਮ ਕਰਨ ਦੀਆਂ ਗੱਲਾਂ। ਅਸੀਂ ਕੋਈ ਲਿਫਾਫਾ ਕਲਚਰ ਨਹੀਂ ਕਰਦੇ। ਅਸੀਂ ਆਪਦਾ ਕੈਂਡੀਡੇਟ ਭੇਜਦੇ ਹੁੰਦੇ ਲਿਖ ਕੇ ਵੀ ਪਾਰਟੀ ਰਾਏ ਕਰਕੇ, ਸਾਰੇ ਮੈਂਬਰਾਂ ਨਾਲ ਰਾਏ ਲੈ ਕੇ, ਇੱਕ ਵਾਰੀ ਨਹੀਂ ਰਾਏ 2-3 ਵਾਰੀ ਲਈ ਜਾਂਦੀ ਹੈ। ਮੈਂਬਰਾਂ ਨਾਲ ਰਾਏ ਕਰਕੇ ਫਿਰ ਸਾਰੇ ਮੈਂਬਰ ਅਧਿਕਾਰ ਦਿੰਦੇ ਨੇ ਪ੍ਰਧਾਨ ਜੀ ਨੂੰ। ਰਾਏ ਕਰਕੇ ਅਸੀਂ ਆਪਦਾ ਕੈਂਡੀਡੇਟ ਡਿਕਲੇਅਰ ਕਰਦੇ ਹਾਂ। ਤੁਹਾਨੂੰ ਇਹ ਗੱਲ ਮੈਂ ਕਲੀਅਰ ਕਰਦਾ, ਅਸੀਂ ਪ੍ਰਧਾਨ ਨਹੀਂ ਡਿਕਲੇਅਰ ਕਰਦੇ। ਅਸੀਂ ਆਪਣੀ ਅਕਾਲੀ ਦਲ ਦਾ ਕੈਂਡੀਡੇਟ ਡਿਕਲੇਅਰ ਕਰਦੇ ਹਾਂ ਵੀ ਆਹ ਸਾਡਾ ਉਮੀਦਵਾਰ ਹੋਊਗਾ। ਤੇ ਚੋਣ ਹੁੰਦੀ ਉੱਥੇ ਤਾਂ ਆਈ ਵਾਰ ਬੀਬੀ ਵੇਲੇ ਵੀ ਚੋਣ ਹੁੰਦੀ ਰਹੀ ਹੈ, ਹੁਣ ਵੀ ਚੋਣ, ਪਿਛਲੀ ਵਾਰ ਧਾਮੀ ਸਾਹਿਬ ਵੇਲੇ ਵੀ ਚੋਣ ਹੋਈ ਹੈ। ਚੋਣ ਹੁੰਦੀ ਹੈ ਤੇ ਮੈਂਬਰ ਜਿਹਨੂੰ ਮਰਜ਼ੀ ਚੁਣ ਲੈਣ। ਉੱਥੇ ਕਿਸੇ ਨੇ ਠਾਇਆ ਮੈਂਬਰਾਂ ਤੇ ਬੰਦੀ ਲਾਈ ਹੈ ਕਿਸੇ ਨੇ? ਅਕਾਲੀ ਦਲ ਦੇ ਮੈਂਬਰਾਂ ਤੇ ਅਕਾਲੀ ਦਲ ਨੂੰ ਵੋਟ ਪਾਉਣੀ ਹੈ, ਦੂਜੇ ਪਾਸੇ ਕਿਵੇਂ ਪਾ ਦੇਣਗੇ? ਅਸੀਂ ਆਪਣਾ ਉਮੀਦਵਾਰ ਡਿਕਲੇਅਰ ਕਰਦੇ ਹੁੰਦੇ ਹਾਂ ਅਕਾਲੀ ਦਲ ਦਾ। ਪ੍ਰਧਾਨ ਤਾਂ ਹਾਊਸ ਚੁਣਦਾ ਹੈ,
ਅਸੀਂ ਨਹੀਂ ਲਿਫਾਫੇ ਚੋਂ ਕੱਢਦੇ ਪ੍ਰਧਾਨ, ਇਹ ਤਾਂ ਐਵੇਂ ਪ੍ਰਚਾਰ ਹੈ, ਗਲਤ ਝੂਠ ਬੋਲਦੇ ਨੇ ਉਹ ਲੋਕ ਜਿਹੜਾ ਇਹ ਪ੍ਰਚਾਰ ਕਰਦੇ ਨੇ ਜਾਣਬੁੱਝ ਕੇ। ਅਸੀਂ ਆਪਦਾ ਉਮੀਦਵਾਰ ਡਿਕਲੇਅਰ ਕਰਦੇ ਹਾਂ, ਇੱਕ ਆਪੋਜੀਸ਼ਨ ਦਾ ਉਮੀਦਵਾਰ ਹੁੰਦਾ, ਇੱਕ ਸਾਡਾ ਹੁੰਦਾ, ਵੋਟਾਂ ਮੈਂਬਰ ਪਾਉਂਦੇ ਨੇ, ਹਾਊਸ ਚੁਣ ਦਿੰਦਾ ਜਿਹਨੂੰ ਪ੍ਰਧਾਨ ਚੁਣਨਾ ਹੁੰਦਾ। ਇਹ ਦੱਸੋ, ਬੀਬੀ ਜਗੀਰ ਕੌਰ ਵੈਸੇ ਕਹਿੰਦੇ ਕਿ ਮੈਂ 4 ਵਾਰ ਇਸੇ ਤਰੀਕੇ ਨਾਲ ਲਿਫਾਫੇ ਕਲਚਰ ਨਾਲ ਬਣ ਗਈ, ਹੁਣ ਕਿਹੜੀ ਗੱਲੋਂ ਆਬਜੈਕਸ਼ਨ ਹੋਇਆ ਫਿਰ? ਇਹ ਚੀਜ਼ ਮੈਂ ਵੈਸੇ ਪੁੱਛਣਾ ਚਾਹੁੰਦਾ ਵੀ ਹੁਣ ਕਿਹੜੀ ਗੱਲੋਂ ਪੁੱਛਿਆ ਨਹੀਂ ਤੁਸੀਂ ਇਸ ਚੀਜ਼ ਨੂੰ? ਤੁਸੀਂ ਬੱਚੇ ਆ, ਤੁਹਾਨੂੰ ਮੈਂ ਕਹਿਤੀ, ਗੱਲ ਕਲੀਅਰ ਕਰਤੀ ਕਿ ਅਸੀਂ ਆਪਦਾ ਮੈਂਬਰ ਪ੍ਰਧਾਨ ਦਾ ਨਾਮ ਡਿਕਲੇਅਰ ਕਰਦੇ ਹਾਂ ਆਪਣੇ ਵੱਲੋਂ, ਅਕਾਲੀ ਦਲ ਵੱਲੋਂ। ਮੈਂ ਕਹਿ ਰਿਹਾ ਕਿ ਬੀਬੀ ਜੀ ਨੂੰ ਹੁਣ ਕਿਹੜੀ ਗੱਲੋਂ ਦਿੱਕਤ ਹੋਈ ਕਿ ਭਾਈ ਜੇ ਹੁਣ 4 ਵਾਰ ਜਦੋਂ ਆਪ ਬਣੇ, ਮੈਂ ਇਹ ਪੁੱਛ ਰਿਹਾ ਤੁਹਾਡੇ ਤੋਂ ਵੀ ਜਦੋਂ 4 ਵਾਰ ਆਪ ਬਣੇ ਵੀ ਹੁਣ ਕਿਹੜੀ ਗੱਲੋਂ ਦਿੱਕਤ ਹੋ ਗਈ, ਜਾਂ ਹੁਣ ਪ੍ਰਧਾਨ ਕੋਈ ਹੋਰ ਬਣਾਇਆ ਜਾ ਰਿਹਾ ਸੀ ਇਸ ਕਰਕੇ? ਇਹ ਬੀਬੀ ਜੀ ਕਦੋਂ ਤੋਂ ਕਹਿਣ ਲੱਗੇ ਆ, ਜਿਹੜੀ ਆ ਗੱਲ ਹੈ ਕਦੋਂ ਤੋਂ ਕਹਿਣ ਲੱਗੇ ਆ? 1-2 ਦਿਨਾਂ ਤੋਂ ਹੀ ਲੱਗਿਆ ਨਾ ਕਹਿਣ, 3 ਦਿਨਾਂ ਤੋਂ ਲਾ ਲਓ ਵੱਧ ਤੋਂ ਉਦੋਂ, ਜਦੋਂ ਬੀਬੀ ਨੂੰ ਕਲੀਅਰ ਕਰਤਾ ਸੁਖਬੀਰ ਜੀ ਨੇ ਵੀ ਤੈਨੂੰ ਨਹੀਂ ਮਨਾਉਂਦੇ, ਉਦੋਂ ਤਾਂ ਕਹਿਣ ਲੱਗਿਆ ਨਾ। ਜੇ ਅਸੀਂ ਬੀਬੀ ਨੂੰ ਮੰਨ ਲੈਂਦੇ ਫਿਰ ਤਾਂ ਨਹੀਂ ਨਾ ਕਹਿਣਾ ਸੀ, ਫਿਰ ਤਾਂ ਬਿਲਕੁਲ ਨਹੀਂ ਕਹਿਣਾ, ਫਿਰ ਤਾਂ ਉਹ ਲਿਫਾਫਾ ਕਲਚਰ ਠੀਕ ਸੀ। ਤੇ ਫਿਰ ਇੱਥੋਂ ਤੁਸੀਂ ਹਿਸਾਬ ਲਾ ਲਓ, ਫਿਰ ਸਾਥੋਂ ਕਾਹਨੂੰ ਪੁੱਛਦੇ ਇਹ ਗੱਲ? ਜੇ ਅਸੀਂ ਤੇਰੇ ਮਰਜ਼ੀ ਦੀ ਗੱਲ ਕਰ ਦਈਏ ਤਾਂ ਠੀਕ ਹੈ, ਫਿਰ ਤਾਂ ਲਿਫਾਫਾ ਕਲਚਰ ਕੁਝ ਨਹੀਂ ਕਹਿੰਦਾ, ਤੇ ਜੇ ਅਸੀਂ ਮਰਜ਼ੀ ਦੀ ਨਹੀਂ ਕਰਦੇ ਫਿਰ ਲਿਫਾਫਾ ਕਲਚਰ ਚੁੰਡੀਆਂ ਵੜਦਾ। ਕਿ ਜ਼ਹਿਨ ਦੇ ਵਿੱਚ ਪਈ ਨਹੀਂ, ਸਮਝ ਨਹੀਂ ਪਾਏ, ਜਾਂ ਹੁਣ ਉਹੀ ਗੱਲ? ਇਹਦਾ ਜਵਾਬ ਤਾਂ ਤੁਸੀਂ ਬੀਬੀ ਜੀ ਤੋਂ ਲਓ, ਮੈਥੋਂ ਕਿਉਂ ਲੈਂਦੇ ਆ? ਉਹਨਾਂ ਤੋਂ ਲਓ ਜਿਨ੍ਹਾਂ ਦੇ ਜ਼ਹਿਨ 'ਚ ਪੈਣੀ ਚਾਹੀਦੀ ਸੀ, ਨਹੀਂ ਪਈ ਜਾਂ ਕੀ ਹੈ ਕਾਰਨ, ਉਹ ਤਾਂ ਉਹ ਬੀਬੀ ਜੀ ਇਹਦਾ ਜਵਾਬ ਵਧੀਆ ਦੇ ਸਕਦੇ ਨੇ। ਮੈਂ ਤਾਂ ਤੁਹਾਨੂੰ ਦੱਸਦਾ ਕਿ ਅਸੀਂ ਬਿਲਕੁਲ ਨਹੀਂ ਕੋਈ ਇਹੋ ਜਿਹਾ ਕਰਦੇ ਕਿ ਲਿਫਾਫਾ ਕਲਚਰ। ਅਸੀਂ ਆਪਣੀ ਪਾਰਟੀ ਦਾ ਉਮੀਦਵਾਰ ਡਿਕਲੇਅਰ ਕਰਦੇ ਹਾਂ, ਉੱਥੇ ਹਾਊਸ 'ਚ ਅਸੀਂ ਆਪਣਾ ਬੰਦਾ ਵੀ ਪੇਸ਼ ਕਰਦੇ ਹਾਂ, ਦੂਜੇ ਵੀ ਕਰਦੇ ਨੇ ਜਿਹੜੇ ਸਾਡੇ ਵਿਰੋਧੀ ਨੇ। ਮੁਕਾਬਲਾ ਹੁੰਦਾ, ਵੋਟਾਂ ਪੈਂਦੀਆਂ ਨੇ, ਜਿਹੜਾ ਜਿੱਤ ਜਾਂਦਾ ਉਹ ਪ੍ਰਧਾਨ ਬਣ ਜਾਂਦਾ। ਇਹ ਸਾਰੀਆਂ ਪਾਰਟੀਆਂ ਦੀ ਪ੍ਰਥਾ, ਸਾਡੀ ਇਕੱਲਿਆਂ ਦੀ ਕਿਉਂ? ਸਾਨੂੰ ਕਿਉਂ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ? ਇਹ ਤਾਂ ਬੀਜੇਪੀ ਵੀ ਐਵੇਂ ਕਰਦੀ ਹੈ, ਕਾਂਗਰਸ ਵੀ ਐਵੇਂ ਕਰਦੀ ਹੈ, ਹੋਰ ਕੋਈ ਪਾਰਟੀ ਉਹ ਵੀ ਐਵੇਂ ਕਰਦੀ ਹੈ। ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਉਹ ਐਵੇਂ ਕਰਦੀਆਂ, ਜਿਹੜੀਆਂ ਲੋਕਲ ਹੈ ਉਹ ਵੀ ਉਹਨਾਂ ਦਾ ਪ੍ਰਧਾਨ ਫੈਸਲਾ ਕਰਦਾ। ਕਿਸੇ ਨੂੰ ਕੁਝ ਵੀ ਬਣਾਉਣਾ ਹੁੰਦਾ ਪ੍ਰਧਾਨ ਹੀ ਫੈਸਲਾ ਕਰਦਾ। ਕਹਿੰਦੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਹੀ ਜਿਸ ਤਰੀਕੇ ਨਾਲ ਕਹਿੰਦੇ ਕਬਜ਼ਾ ਕਰਨ ਦੀ ਇੱਕ ਕੋਸ਼ਿਸ਼ ਹੈ, ਜਿਸ ਤਰੀਕੇ ਦੇ ਨਾਲ, ਔਰ ਕਹਿੰਦੇ ਮੈਂ ਤਾਂ ਪਰਦੇ ਚੁੱਕਣਾ ਨਹੀਂ ਚਾਹੁੰਦੀ, ਕਹਿੰਦੇ ਨਾ ਖਿਲਾਓ, ਕਹਿੰਦੇ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੇ ਨਾ ਹੁੰਦੇ ਤਾਂ ਸ਼ਾਇਦ ਸਾਖ ਬਚੀ ਰਹਿੰਦੀ ਸ਼੍ਰੋਮਣੀ ਅਕਾਲੀ ਦਲ ਦੀ ਔਰ SGPC ਦੀ। ਕਹਿੰਦੇ ਸਾਖ ਜਿਹੜੀ ਹੈ ਬਹੁਤ ਦੁੱਖ ਹੁੰਦਾ ਕਿ ਇਹ ਤੇ ਦਾਗ ਲੱਗ ਰਿਹਾ। ਵੇਖੋ, ਮੈਂ ਨਹੀਂ ਕਹਿੰਦਾ ਹਰ ਗੱਲ ਦੀ ਪਾਰਟੀ ਜ਼ਿੰਮੇਵਾਰ ਹੁੰਦੀ ਹੈ। ਪਾਰਟੀ ਪ੍ਰਧਾਨ ਇੱਕ ਨੇ ਬਣਨਾ ਹੁੰਦਾ, ਸਾਰਿਆਂ ਨੇ ਤਾਂ ਬਣਨਾ ਨਹੀਂ ਹੁੰਦਾ। ਮੁੱਖ ਮੰਤਰੀ ਵੀ ਇੱਕ ਨੇ ਬਣਨਾ ਹੁੰਦਾ, MLA 117 ਬੰਦਿਆਂ ਨੇ ਬਣਨਾ ਹੁੰਦਾ, ਮੈਂਬਰ ਐਵੇਂ ਜਿਹੜੇ ਆਪਣੇ 180 ਬੰਦਿਆਂ ਨੇ ਬਣਨਾ ਹੁੰਦਾ। ਇਹ ਸਿਸਟਮ ਬਣੇ ਹੋਏ ਨੇ ਪੱਕੇ ਤੌਰ 'ਤੇ। ਜਦੋਂ ਕੰਮ ਕਰਦੇ ਹਾਂ ਸਾਰੀ ਪਾਰਟੀ ਉਹਦੇ ਲਈ ਜਵਾਬਦੇਹ ਹੁੰਦੀ ਹੈ। ਠੀਕ ਹੈ, ਹੈੱਡ ਇੱਕ ਬੰਦਾ ਹੁੰਦਾ ਪਰ ਜਵਾਬਦੇਹ ਸਾਰੀ ਪਾਰਟੀ ਹੁੰਦੀ ਹੈ। ਇਹ ਗੱਲਾਂ ਜੇ ਕਿਤੇ ਪਾਰਟੀ ਦੇ ਵਿੱਚ ਮੰਨ ਲਓ ਕਿਤੇ ਕੋਈ ਗਲਤ ਗੱਲ ਹੋਈ ਹੈ, ਆਪਾਂ ਮੰਨ ਲਓ ਵੀ ਕਿਤੇ ਗਲਤ ਗੱਲ ਹੋਈ ਹੈ, ਜਿਹੜੀ ਬੀਬੀ ਜੀ ਜਿਵੇਂ ਤੁਸੀਂ ਦੱਸਿਆ ਕਹਿੰਦੀ ਹੈ ਮੈਂ ਕਰ, ਤੇ ਉਦੋਂ ਫਿਰ ਬੋਲਣਾ ਚਾਹੀਦਾ ਹੁੰਦਾ। ਜਦੋਂ ਕਿ ਗਲਤ ਗੱਲ ਹੋ ਰਹੀ ਹੈ ਉਦੋਂ ਕਿਉਂ ਨਹੀਂ ਅਸੀਂ ਬੋਲਦੇ? ਉਦੋਂ ਸਾਡੇ ਮੂੰਹ 'ਚ ਕੀ ਅੜਿਆ? ਉਦੋਂ ਅਸੀਂ ਬੋਲ ਗਏ ਤੇ ਉਹ ਗੱਲ ਨਾ ਹੋਵੇ, ਤੇ ਬਾਅਦ 'ਚ ਜੇ ਅਸੀਂ ਕਹੀਏ ਸੱਪ ਲੰਘ ਗਿਆ ਲਖੀਰ ਕੁੱਟੀ ਜਾਈਏ, ਅਸੀਂ ਦੂਜਿਆਂ ਨੂੰ ਦੋਸ਼ੀ ਬਣਾਈਏ, ਆਪ ਸੱਚੇ ਬਣ ਗਏ, ਇਹ ਗੱਲਾਂ ਨਹੀਂ ਚੰਗੀਆਂ ਹੁੰਦੀਆਂ। ਇਹ ਨਹੀਂ ਕਿਸੇ ਬੰਦੇ ਵਾਸਤੇ ਵੀ ਨਹੀਂ ਚੰਗੀਆਂ। ਇਹਨੂੰ ਲੋਕ ਵੀ ਵੇਖੋ, ਮੈਂ ਜੋ ਮਰਜ਼ੀ ਕਹੀ ਜਾਵਾਂ, ਪਾਰਟੀ ਪ੍ਰਧਾਨ ਜੋ ਮਰਜ਼ੀ ਕਹੀ ਜਾਣ, ਜਾਂ ਹੋਰ ਲੋਕ ਜੋ ਮਰਜ਼ੀ ਕਹੀ ਜਾਣ, ਬੀਬੀ ਜੀ ਜੋ ਮਰਜ਼ੀ ਕਹੀ ਜਾਣ, ਲੋਕ ਸਭ ਕੁਝ ਜਾਣਦੇ ਆ। ਲੋਕਾਂ ਨੂੰ ਭੋਰਾ ਪਤਾ ਹੁੰਦਾ ਵੀ ਅਸਲੀਅਤ ਕੀ ਹੈ, ਕੀ ਕਹਾਣੀ ਹੈ। ਇਹ ਸਾਰੀਆਂ ਗੱਲਾਂ ਅਸੀਂ ਆਪਣਾ ਗੋਲ-ਮੋਲ ਗੱਲਾਂ ਕਰਕੇ ਲੋਕਾਂ ਤੋਂ ਨਹੀਂ ਬਚਾ ਸਕਦੇ। ਲੋਕਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਹੁੰਦਾ। ਹਰ ਗੱਲ ਦੇ ਲਈ ਪਾਰਟੀ ਜ਼ਿੰਮੇਵਾਰ ਹੁੰਦੀ ਹੈ। ਪਾਰਟੀ ਦਾ ਪ੍ਰਧਾਨ ਵੱਧ ਜ਼ਿੰਮੇਵਾਰ ਆਪਾਂ ਮੰਨ ਲਓ, ਪਰ ਜ਼ਿੰਮੇਵਾਰ ਨਾਲ ਉਹਦੇ ਸਾਥੀ ਤੇ ਪਾਰਟੀ ਜਦੋਂ ਫੈਸਲੇ ਹੁੰਦੇ ਆ, ਉਦੋਂ ਜੇ ਅਸੀਂ ਮੋਹਰ ਲਾਉਂਦੇ ਹਾਂ, ਅੰਗੂਠਾ ਲਾਉਂਦੇ ਹਾਂ, ਤੇ ਨਾਲ ਅਸੀਂ ਵੀ ਹੈਗੇ ਆ, ਨਾਲ ਤਾਂ ਫਿਰ ਸ਼ਾਮਲ ਅਸੀਂ ਵੀ। ਅਸੀਂ ਪਾਸੇ ਕਿਵੇਂ ਹੋ ਜਾਵਾਂਗੇ? ਉਹ ਕਹਿੰਦੇ ਕਿ ਜਦੋਂ ਇਲੈਕਸ਼ਨ ਹਾਰੇ ਆ ਉਦੋਂ ਕਹਿੰਦੇ ਵਿਚਾਰ ਚਰਚਾ ਚੱਲ ਰਹੀ ਸੀ। ਕਹਿੰਦੇ ਮੈਂ ਇਹ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਦੀ ਥਾਂ ਤੇ ਕਿਸੇ ਹੋਰ ਨੂੰ, ਪ੍ਰਧਾਨ ਸਾਹਿਬ ਨੂੰ, ਕਹਿੰਦੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ। ਔਰ ਕਹਿੰਦੇ ਬਾਅਦ ਵਿੱਚ ਗਰੇਵਾਲ ਸਾਹਿਬ ਕਹਿੰਦੇ ਕਿ ਹੂ ਇਜ਼ ਆਫਟਰ ਬਾਦਲ, ਕਹਿੰਦੇ ਬਾਦਲਾਂ ਤੋਂ ਬਾਅਦ ਕੌਣ ਹੈ? ਕਹਿੰਦੇ ਫਿਰ ਸਾਨੂੰ ਤਾਂ ਇਹ ਹੋਣਾ ਚਾਹੀਦਾ। ਇਹ ਗੱਲ ਅੱਜ ਫਿਰ ਉਹਨਾਂ ਨੇ ਕਹੀ ਹੈ ਵੀ ਇੰਨੀ ਸਾਡੀ ਪੁਰਾਣੀ ਪਾਰਟੀ ਹੈ, ਲੋਕ ਸਾਡੇ ਤੇ ਸਵਾਲ ਚੁੱਕਣਗੇ, ਭਾਈ ਕੀ ਤੁਸੀਂ ਬਾਦਲ ਪਰਿਵਾਰ ਤੋਂ ਇਲਾਵਾ ਕੋਈ ਲੀਡਰ ਹੀ ਨਹੀਂ ਚੁਣ ਸਕੇ, ਲੀਡਰ ਹੀ ਨਹੀਂ ਖੜਾ ਕਰ ਪਾਏ, ਤੁਸੀਂ ਇੰਨੀ ਪੁਰਾਣੀ ਪਾਰਟੀ ਹੈ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪਾਰਟੀ ਦੇ ਵਿੱਚ ਰਾਏ ਦਿੱਤੀ ਜਾ ਸਕਦੀ ਹੈ, ਠੀਕ ਹੈ, ਰਾਏ ਦਿੱਤੀ ਜਾ ਸਕਦੀ ਹੈ ਵੀ ਐਂ ਕਰ ਲਓ, ਐਂ ਕਰ ਲਓ। ਇਹ ਰਾਏ ਦੇਣੀ ਤਾਂ ਕੋਈ ਮਾੜੀ ਗੱਲ ਨਹੀਂ, ਦੇ ਸਕਦਾ ਹਰ ਇੱਕ ਬੰਦਾ। ਫਿਰ ਇਕੱਲਾ ਇੱਕ ਬੰਦੇ ਦੀ ਰਾਏ ਤਾਂ ਨਹੀਂ ਨਾ ਪੁੱਗੇਗੀ। ਜੋ ਮੈਂ ਕਹਿੰਦਾ ਮੇਰੀ ਰਾਏ ਤਾਂ ਨਹੀਂ ਪੁੱਗੇਗੀ, ਮੈਂ ਕਹਤਾ ਤੇ ਮੰਨ ਲਓ, ਫਿਰ ਤਾਂ ਮੇਰੀ ਗੱਲ ਹੀ ਹੋ ਗਈ, ਫਿਰ ਬਾਕੀ ਪਾਰਟੀ ਤਾਂ ਐਵੇਂ ਹੋਈ। ਸੋ ਪਾਰਟੀ ਦੇ ਵਿੱਚ ਜਿਹੜਾ ਸਿਸਟਮ ਬਣਿਆ ਵਾ, ਕੋਰ ਕਮੇਟੀ ਬਣੀ ਵੀ ਹੈ, ਵਰਕਿੰਗ ਕਮੇਟੀ ਬਣੀ ਵੀ ਹੈ, ਡੈਲੀਗੇਟ ਇਜਲਾਸ ਹੈਗਾ ਸਾਡਾ, ਹੋਰ ਜ਼ਿਲ੍ਹਾ ਜਥੇਬੰਦੀ ਹੈਗੀ ਹੈ। ਪਾਰਟੀ ਦਾ ਜਿਹਨੂੰ ਜ਼ਿਆਦਾ ਲੋਕ ਕਹਿੰਦੇ ਨੇ ਉਹ ਗੱਲ ਚੱਲੂਗੀ। ਇੱਕ ਬੰਦੇ ਦੇ ਕਹਿਣ ਤੇ ਨਹੀਂ ਗੱਲ ਚੱਲਦੀ ਵੀ ਆਹ ਹੋ ਜੇ ਜਾਂ ਉਹ ਹੋ ਜੇ। ਪਾਰਟੀ ਦੇ ਵਿੱਚ ਜੋ ਸਿਸਟਮ ਹੈ, ਮੈਜੋਰਟੀ, ਬਹੁਤ ਸੰਮਤੀ, ਡੈਮੋਕ੍ਰੇਸੀ, ਉਹਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਦੇ ਵੀ ਸਮਝ ਲਓ ਵੀ 95% ਬੰਦਿਆਂ ਨੇ ਮਤਾ ਪਾਤਾ ਸੁਖਬੀਰ ਸਿੰਘ ਬਾਦਲ ਠੀਕ ਹੈ। ਪਾਰਟੀ ਦੀ ਵਰਕਿੰਗ ਕਮੇਟੀ ਦੇ 120-25 ਮੈਂਬਰ ਨੇ, ਉਹਨਾਂ ਨੇ ਵੀ ਮਤਾ ਪਾਤਾ, 97% ਬੰਦਿਆਂ ਨੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਠੀਕ ਹੈ। ਸਾਰੇ ਆਪਣੇ ਜ਼ਿਲ੍ਹਾ ਜਥੇਦਾਰ ਸਾਰੇ ਆ ਕੇ ਮਤਾ ਪਾ ਗਏ ਵੀ ਪ੍ਰਧਾਨ ਜੀ ਠੀਕ ਨੇ। ਡੈਲੀਗੇਟ ਇਜਲਾਸ ਸੱਦਿਆ ਨਹੀਂ। 2 ਫੋਰਮ ਹੈਗੇ ਸਾਡੇ ਕੋਲੇ,
ਡੈਲੀਗੇਟ ਇਜਲਾਸ ਤੇ ਵਰਕਿੰਗ ਕਮੇਟੀ ਬਹੁਤ ਸੰਮਤੀ ਨਾਲ ਜਦੋਂ ਮਰਜ਼ੀ ਪ੍ਰਧਾਨ ਨੂੰ ਲਾ ਸਕਦੇ ਆ। ਤੇ ਜੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਕੋਲੇ ਪ੍ਰਧਾਨ ਜੀ ਦੇ ਉਲਟ ਜ਼ਿਆਦਾ ਲੋਕ ਨੇ ਤੇ ਫਿਰ ਉਹ ਸੱਦ ਲੈਣ, ਵਰਕਿੰਗ ਕਮੇਟੀ ਸੱਦ ਲੈਣ ਜਾਂ ਡੈਲੀਗੇਟ ਇਜਲਾਸ ਸੱਦ ਲੈਣ ਤੇ ਪ੍ਰਧਾਨ ਜੀ ਨੂੰ ਲਾ ਦੇਣ। ਫਿਰ ਜੇ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲੇ ਜ਼ਿਆਦਾ ਹੈ, ਜੇ ਉਹਨਾਂ ਕੋਲੇ ਕੁਝ ਹੈ ਨਹੀਂ ਤਾਂ ਹੀ ਚੁੱਪ ਕਰਦੇ ਨੇ। ਕਹਿੰਦੇ ਵਿਕਰਮ ਮਜੀਠੀਆ ਹੁਣਾਂ ਨੂੰ ਵੀ ਮੈਂ ਕਈ ਵਾਰ ਕਹੀ ਹੈ, ਸੁਖਬੀਰ ਬਾਦਲ ਹੁਣਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਸੁਖਬੀਰ ਜੀ ਤੁਸੀਂ ਪੋਲੀਟੀਸ਼ੀਅਨ ਨਹੀਂ ਗੇ, ਤੁਸੀਂ ਬਿਜ਼ਨਸਮੈਨ ਹੋ। ਕਹਿੰਦੇ ਤੁਹਾਡੇ ਨਾਲ ਜ਼ਿਆਦਾ ਤਾਂ ਵਿਕਰਮ ਪੋਲੀਟੀਸ਼ੀਅਨ ਆ। ਕਹਿੰਦੇ ਤੁਹਾਨੂੰ ਤਾਂ ਬੀਬੀ ਜੀ ਦੀ ਗੱਲ ਆ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜੋ ਬੀਬੀ ਜੀ ਨੇ ਕਿਹਾ ਨਹੀਂ ਕਿਹਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਮੈਂ ਵੀ ਇਹਦੇ ਤੇ ਕੋਈ ਕਮੈਂਟ ਵੀ ਨਹੀਂ ਕਰਦਾ। ਜਵਾਬ ਮੰਗਿਆ ਗਿਆ 48 ਘੰਟਿਆਂ ਅੰਦਰ, ਉਹ ਕਹਿੰਦੇ ਕਿ ਮੈਂ ਕੋਈ ਗਲਤੀ ਨਹੀਂ ਕੀਤਾ ਤਾਂ ਜਵਾਬ ਨਹੀਂ ਦੇਣਾ। ਅਗਰ ਜਵਾਬ ਨਹੀਂ ਦਿੰਦੇ ਤਾਂ ਕੀ ਐਕਸ਼ਨ ਹੋਏਗਾ ਮਲੂਕਾ ਸਾਹਿਬ? ਨਹੀਂ, ਉਹ ਦੇਖੋ ਅਸੀਂ ਜਵਾਬ ਮੰਗਿਆ, ਉਹਨੂੰ ਲਿਖ ਕੇ ਭੇਜੀਆਂ ਕੁਝ ਗੱਲਾਂ, ਲਿਖਤੀ ਨੋਟਿਸ ਭੇਜਿਆ ਬੀਬੀ ਜੀ ਨੂੰ। ਜੇ ਉਹਨੇ ਜਵਾਬ ਦੇਣਾ ਨਹੀਂ ਦੇਣਾ ਤਾਂ ਉਹਨਾਂ ਦੀ ਮਰਜ਼ੀ ਹੈ। ਅਸੀਂ ਤਾਂ ਉਹਦੇ ਤੇ ਕੋਈ ਉਹਨੂੰ ਮਜਬੂਰ ਤਾਂ ਅਸੀਂ ਕਰ ਨਹੀਂ ਸਕਦੇ ਵੀ ਜਵਾਬ ਦੇਣ ਦੇ ਲਈ। ਨਹੀਂ ਦੇਣਾ ਤਾਂ ਉਹਨਾਂ ਤੇ ਡਿਪੈਂਡ ਕਰਦਾ ਹੈ। ਉਹਨਾਂ ਨੇ ਦੇਣਾ ਦੇ ਦੇਣ, ਨਹੀਂ ਦੇਣਾ ਨਾ ਦੇ ਦੇਣ, ਇਹ ਉਹਨਾਂ ਦੀ ਮਰਜ਼ੀ ਹੈ। ਜਦੋਂ 48 ਘੰਟੇ ਟੱਪ ਜਾਣਗੇ ਫਿਰ ਮੀਟਿੰਗ ਹੋਏਗੀ, ਉਸ ਤੋਂ ਬਾਅਦ ਫਿਰ ਅਨੁਸ਼ਾਸਨੀ ਕਮੇਟੀ ਦੀ ਫਿਰ ਜੋ ਫੈਸਲਾ ਹੋਏਗਾ ਉਹ ਰਾਏ ਕਰਕੇ ਕੀਤਾ ਜਾਏਗਾ। ਤਾਂ ਤੁਹਾਨੂੰ ਲੱਗਦਾ ਕਿ ਕੋਈ ਅਜੇ ਲਿਮਿਟ ਹੋ ਸਕਦੀ ਹੈ ਜਾਂ ਕੋਈ ਟਰਾਈ ਹੋ ਸਕਦਾ ਹੈ ਕਿ ਭਾਈ ਜਿਹੜੇ ਜਾ ਰਹੇ ਆ ਲੋਕ ਉਹਨਾਂ ਨੂੰ ਰੋਕਿਆ ਜਾ ਸਕੇ ਇਸ ਤਰੀਕੇ ਦੇ ਨਾਲ ਕੁਝ? ਨਹੀਂ, ਇਹ ਜਿਹੜੀ ਸਿਆਸਤ ਹੈ ਇਹ ਕ੍ਰਿਕਟ ਦੀ ਗੇਮ ਵਰਗੀ ਹੈ। ਇਹਦੇ 'ਚ ਅੰਤਲੀ ਸਮਾਂ ਤੱਕ ਕੁਝ ਵੀ ਹੋ ਸਕਦਾ ਹੁੰਦਾ। ਤੇ ਇਵੇਂ ਜਿੱਕੀ ਸਿਆਸਤ ਦੇ ਵਿੱਚ ਵੀ ਕੁਝ ਵੀ ਹੋ ਸਕਦਾ, ਕ੍ਰਿਕਟ ਦੇ ਵਿੱਚ ਵੀ ਕੁਝ ਵੀ ਹੋ ਸਕਦਾ ਹੁੰਦਾ ਅੰਤਲੇ ਸਮਾਂ ਤੱਕ, ਜਿੰਨਾ ਚਿਰ ਸਾਰਾ ਚੱਲੀ ਜਾਂਦਾ ਕੰਮ। ਸੋ ਅਸੀਂ ਤਾਂ ਆਸ਼ਾਬੰਦ ਹਾਂ, ਅਸੀਂ ਤਾਂ ਆਸ਼ਾਬੰਦ ਰਹਿਣਾ ਚਾਹੀਦਾ। ਅਸੀਂ ਤਾਂ ਹੁਣ ਵੀ ਕਹਿੰਦੇ ਹਾਂ, ਸਾਡੇ ਸਾਥੀ ਰਹੇ ਨੇ, ਬੜੇ ਕੰਮ ਕੀਤੇ ਰਲ ਕੇ, ਅਸੀਂ ਸਾਰਿਆਂ ਨੇ ਪਾਰਟੀ ਲਈ ਚੰਗੇ ਕੰਮ ਕੀਤੇ ਆ। ਜੇ ਹੁਣ ਕਿਸੇ ਗੱਲੋਂ ਗਿਲੇ ਸ਼ਿਕਵੇ ਵੀ ਹੋ ਗਏ, ਜੇ ਅਸੀਂ ਇੱਕ ਦੂਜੇ ਨੂੰ ਭੰਡੀ ਜਾਵਾਂਗੇ ਜਾਂ ਪ੍ਰਧਾਨ ਨੂੰ ਭੰਡਾਂਗੇ ਜਾਂ ਹੋਰ ਭੰਡਾਂਗੇ, ਇਹ ਨਹੀਂ ਚੰਗਾ ਲੱਗਦਾ। ਜੇ ਕੋਈ ਗਿਲੇ ਸ਼ਿਕਵੇ ਤਾਂ ਵਿਦਨ ਪਾਰਟੀ ਬਹਿ ਕੇ ਹੁਣ ਵੀ ਕੀਤੇ ਜਾ ਸਕਦੇ ਆ। ਹਾਲੇ ਵੀ ਉਹਨਾਂ ਦੀਆਂ ਜਿਹੜੀਆਂ ਗੱਲਾਂ, ਜੇ ਕੋਈ ਜਾਇਜ਼ ਗੱਲਾਂ ਹੋਣਗੀਆਂ ਬੀਬੀ ਜੀ ਦੀਆਂ, ਜ਼ਰੂਰ ਸੁਣੀਆਂ ਜਾਣਗੀਆਂ, ਮੰਨੀਆਂ ਜਾਣਗੀਆਂ। ਪਰ ਜਿੱਦ ਨਹੀਂ ਕਰਨੀ ਚਾਹੀਦੀ ਪਾਰਟੀ ਦੇ ਵਿੱਚ ਵੀ ਮੈਂ ਹੀ ਪ੍ਰਧਾਨ ਬਣਨਾ, ਹੋਰ ਨਹੀਂ ਕੋਈ ਬਣ ਸਕਦਾ। ਮੈਂਬਰ ਤਾਂ ਜਿੰਨੇ ਹੈਗੇ 100, ਜਿਹੜੇ ਪਾਰਟੀ ਨਾਲ ਇਸ ਵੇਲੇ 125 ਦੇ ਲਗਭਗ ਬੰਦੇ ਖੜੇ ਨੇ, ਉਹ ਸਾਰਿਆਂ ਦਾ ਹੀ ਜੀਅ ਕਰਦਾ ਪ੍ਰਧਾਨ ਬਣਨ ਨੂੰ, ਕਿਹਦਾ ਨਹੀਂ ਜੀਅ ਕਰਦਾ। ਤੇ ਇਹ ਥੋੜ੍ਹਾ ਵੀ ਇੱਕ ਬੰਦੇ ਦਾ ਹੀ ਜੀਅ ਕਰਦਾ, ਦੂਜਿਆਂ ਦਾ ਕਰਦਾ ਹੀ ਨਹੀਂ ਹੈਗਾ। ਕਿਸੇ ਨੂੰ ਪੁੱਛ ਲਓ, ਹਰੇਕ ਹੀ ਚਾਹੁੰਦਾ ਮੈਨੂੰ ਪ੍ਰਧਾਨ ਬਣਾ ਦਿਓ, ਤੇ ਫਿਰ ਸਾਰੇ ਬਾਗੀ ਥੋੜ੍ਹਾ ਹੋ ਜਾਣੇ ਹੁੰਦੇ ਆ। ਸੋ ਬੀਬੀ ਜੀ ਨੂੰ ਮੈਂ ਤਾਂ ਕਹਿੰਦਾ ਆਪਣੇ ਫੈਸਲੇ ਤੇ ਮੈਂ ਤਾਂ ਅਪੀਲ ਹੀ ਕਰਦਾ ਕਿ ਉਹਨਾਂ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਹੈ ਆਪਣੇ ਫੈਸਲੇ ਤੇ। ਜ਼ਰੂਰ ਉਹਨਾਂ ਨੂੰ ਪਾਰਟੀ ਨੂੰ ਤੋਂ ਪਾਸੇ ਨਹੀਂ ਜਾਣਾ ਚਾਹੀਦਾ। ਉਹਨਾਂ ਨੂੰ ਇਹਦੇ 'ਚ ਕੋਈ ਫਾਇਦਾ ਨਹੀਂ ਹੋਣਾ, ਜਿਹੜੇ ਨੁਕਸਾਨ ਹੀ ਹੋਏਗਾ, ਕੋਈ ਫਾਇਦਾ ਨਹੀਂ ਹੋਣਾ। ਜਿਹੜੇ ਵੀ ਬੰਦੇ ਹੁਣ ਤਾਈਂ ਪਾਰਟੀ ਛੱਡ ਕੇ ਗਏ ਆ, ਤੁਸੀਂ ਨਿਗਾਹ ਮਾਰ ਲਓ ਸ਼ੁਰੂ ਤੋਂ ਲੈ ਕੇ, ਉਹ ਕਿਸੇ ਪਾਸੇ ਜਾ ਕੇ ਪਾਰਟੀ ਤੋਂ ਬਿਨਾਂ, ਕਿਸੇ ਵੀ ਪਾਰਟੀ ਦੇ ਵਿੱਚ, ਮੈਂ ਅਕਾਲੀ ਦਲ ਦੇ ਵਿੱਚ ਨਹੀਂ ਕਹਿੰਦਾ, ਬਾਕੀਆਂ ਪਾਰਟੀਆਂ ਦੇ ਵਿੱਚ ਵੀ ਜਿਹੜੇ ਗਏ ਆ ਛੱਡ ਕੇ, ਕੋਈ ਕਾਮਯਾਬ ਨਹੀਂ ਹੋਇਆ ਅੱਜ ਤਾਈਂ। ਮਲੂਕਾ ਸਾਹਿਬ, ਦੋ ਨਿੱਕੇ ਹੋਰ ਸਵਾਲ ਨੇ। ਰਿਵਾਈਵਲ ਵਾਸਤੇ ਕੀ ਤੁਹਾਨੂੰ ਲੱਗਦਾ ਹੈ ਕਿਸ ਤਰੀਕੇ ਦੇ ਨਾਲ ਲਗਾਤਾਰ ਤੁਸੀਂ ਜੋ ਢਾਂਚਾ ਸੀਗਾ, ਸਟਰਕਚਰ ਵੀ ਚੇਂਜ ਕਰਨ ਦੀ ਕੋਸ਼ਿਸ਼ ਹੋਈ? ਤੁਹਾਨੂੰ ਕੀ ਲੱਗਦਾ ਹੈ ਰਿਵਾਈਵਲ ਕਿਸ ਤਰੀਕੇ ਦੇ ਨਾਲ ਪੋਸੀਬਲ ਹੈ? ਸ਼੍ਰੋਮਣੀ ਅਕਾਲੀ ਦਲ ਦਾ ਹਾਲਾਂਕਿ ਤੁਸੀਂ ਕਿਹਾ ਕਿ ਸਭ ਤੋਂ ਤੇਜ਼ੀ ਦੇ ਨਾਲ ਰਿਵਾਈਵਲ ਵੀ ਕਰਦਾ ਰਿਹਾ ਸ਼੍ਰੋਮਣੀ ਅਕਾਲੀ ਦਲ, ਡਾਊਨਫਾਲ ਆਉਂਦਾ ਰਿਹਾ। ਤਾਂ 99 ਦੇ ਵਿੱਚ ਸਾਡੀਆਂ ਸਾਰੀਆਂ ਸੀਟਾਂ ਤੇ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ, ਇੱਕ ਸੀਟ ਤੇ ਜ਼ਮਾਨਤ ਬਚੀ ਸੀ। ਉਹ ਸਥਿਤੀ ਤੇ ਇੱਥੇ ਨਹੀਂ ਹੋਈ ਐਰਕੀ। ਅਸੀਂ ਐਰਕੀ ਵੀ ਜੇ ਜਿਵੇਂ ਉਹ ਗੱਲ ਹੈਗੀ, ਕਿਉਂਕਿ ਕਈ ਸਥਿਤੀਆਂ ਬਣ ਗਈਆਂ, ਆਪਾਂ ਉਹ ਏਜੰਡੇ 'ਚ ਨਹੀਂ ਜਾਣਾ ਅੱਜ ਵੀ ਕੀ ਹੋਇਆ। ਮੇਰਾ ਮਤਲਬ ਇੱਥੇ ਵੀ ਅਸੀਂ ਹਾਰ ਭਾਵੇਂ ਗਏ ਹਾਂ, ਸੀਟਾਂ ਸਾਡੀਆਂ ਭਾਵੇਂ ਘੱਟ ਆਈਆਂ, ਪਰ ਅਸੀਂ 50 ਸੀਟਾਂ ਤੇ ਦੂਜੇ ਨੰਬਰ ਤੇ ਆਏ ਹਾਂ। ਤੇ ਕਾਫੀ ਸਾਡੀ ਚੰਗੀ ਪੋਜੀਸ਼ਨ ਰਹੀ ਆ। ਬਾਕੀ ਸੀਟਾਂ ਦੇ ਉੱਤੇ, ਵੋਟਾਂ ਦੇ ਉੱਤੇ, ਕਈਆਂ ਸੀਟਾਂ ਤੇ ਬੜੀ ਥੋੜ੍ਹੀ ਵੋਟਾਂ ਤੇ ਹਾਰ ਹੋਈ ਆ। ਚਲੋ ਇਹ ਗਿਣਤੀ ਮਿਣਤੀ ਅੰਗਾਂ ਦੀ ਹੁੰਦੀ ਆ, ਸੀਟਾਂ ਦੀ ਹੁੰਦੀ ਆ। ਉਦੋਂ ਬਾਅਦ 96 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਅਸੀਂ ਹਨੇਰੀ ਨੂੰ ਆ ਗਏ ਸੀ ਫਿਰ ਦੁਬਾਰਾ। ਸੋ ਹੁਣ ਵੀ ਅਸੀਂ ਜੋ ਸਾਥੋਂ ਪਿੱਛੇ ਕਿਤੇ ਕੋਈ ਕਮੀਆਂ ਰਹੀਆਂ ਨੇ ਜਾਂ ਲੋਕ ਮਹਿਸੂਸ ਕਰਦੇ ਨੇ ਆ ਠੀਕ ਨਹੀਂ ਹੋਇਆ, ਅਸੀਂ ਉਹ ਸਾਰੀਆਂ ਗੱਲਾਂ ਨੂੰ ਠੀਕ ਕਰਨ ਵੱਲ ਜਾ ਰਹੇ ਹਾਂ। ਸਾਰੀਆਂ ਗੱਲਾਂ ਜਿੱਥੇ ਜਿਹੜੇ ਵੀ ਲੋਕ ਸਾਨੂੰ ਕੋਈ ਸੁਝਾਅ ਦਿੰਦੇ ਨੇ ਚੰਗੇ, ਪਾਰਟੀ ਦੇ ਭਲੇ ਦੀ ਖਾਤਰ, ਚਾਹੇ ਦੇਸ਼ 'ਚੋਂ ਦਿੰਦੇ ਨੇ ਚਾਹੇ ਵਿਦੇਸ਼ 'ਚੋਂ ਦਿੰਦੇ ਨੇ, ਉਹ ਸਾਰੀਆਂ ਗੱਲਾਂ ਤੇ ਅਸੀਂ ਹੌਲੀ ਅਮਲ ਕਰਦੇ ਜਾ ਰਹੇ ਹਾਂ। ਤੇ ਇਵੇਂ ਜੇ ਕਿ ਅਸੀਂ ਜਿਹੜੇ ਪਾਰਟੀ ਦੇ ਵਿੱਚੋਂ ਵੀ ਵਰਕਰ ਵੀ ਸੁਝਾਅ ਦਿੰਦੇ ਨੇ ਕਿ ਇਹਦੇ ਨਾਲ ਪਾਰਟੀ ਨੂੰ ਫਾਇਦਾ ਹੈ, ਜਿਹਦੇ ਨਾਲ ਵੀ ਪਾਰਟੀ ਨੂੰ ਫਾਇਦਾ, ਜੋ ਵੀ ਚੰਗਾ ਸੁਝਾਅ ਹੈ, ਉਹ ਸਾਰੀਆਂ ਗੱਲਾਂ ਤੇ ਪਾਰਟੀ ਜ਼ਰੂਰ ਅਮਲ ਕਰੇਗੀ। ਉਸ ਕਾਸੇ ਜਿਹੜੀ ਪਾਰਟੀ ਦੀ ਚੜ੍ਹਦੀ ਕਲਾ ਲਈ ਜੋ ਵੀ ਗੱਲ ਪਾਰਟੀ ਵਾਸਤੇ ਆਏਗੀ, ਉਹਨੂੰ ਅਸੀਂ ਅਮਲ 'ਚ ਲਿਆਵਾਂਗੇ ਤੇ ਪਾਰਟੀ ਜ਼ਰੂਰ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਜਾਏਗੀ। ਉਹਨਾਂ ਨੇ ਕੀ ਕਹਿੰਦੇ, SGPC ਦੇ ਵਿੱਚ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੋਣ ਲੱਗੀ ਔਰ ਕਹਿੰਦੇ ਜਥੇਦਾਰ ਸਾਹਿਬ ਦੇ ਫੈਸਲਿਆਂ ਤੇ ਵੀ ਟਿੱਕਾ ਟਿੱਪਣੀ ਹੁੰਦੀ ਹੈ, ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ, ਹੋਲਡ ਕਰਨ ਵਾਸਤੇ ਕਿਹਾ ਜਾਂਦਾ ਹੈ। ਇਸ ਚੀਜ਼ ਦੇ ਉੱਪਰ ਕਿਉਂਕਿ ਬੜਾ ਸੀਰੀਅਸ ਐਲੀਗੇਸ਼ਨ ਹੈ ਇਸ ਦਾ। ਅਕਾਲ ਤਖਤ ਦੇ ਵਿੱਚ ਕੋਈ ਜਥੇਦਾਰ ਸਾਹਿਬ ਦੇ ਕੋਈ ਦਖਲ ਨਹੀਂ ਦਿੰਦਾ। ਅਕਾਲ ਤਖਤ ਸੁਪਰੀਮ ਹੈ, ਸਾਡਾ ਸੁਪਰੀਮ ਹੀ ਰਹੇਗਾ। ਇਹ ਐਵੇਂ ਹੀ ਹੈਗੀਆਂ। ਜੇ ਮੈਂ ਇਹ ਗੱਲਾਂ ਇੱਥੇ ਕਰਾਂ ਟੀਵੀ ਦੇ ਉੱਤੇ, ਚੰਗਾ ਨਹੀਂ ਲੱਗਦਾ, ਮੈਨੂੰ ਬਹੁਤ ਕੁਝ ਪਤਾ ਹੈ ਗੱਲਾਂ ਦਾ, ਪਰ ਮੈਂ ਨਹੀਂ ਇਹ ਕਰਦਾ ਇੱਥੇ, ਚੰਗਾ ਨਹੀਂ ਲੱਗਦਾ ਟੀਵੀ ਤੇ। ਅਕਾਲ ਤਖਤ ਸਾਡਾ ਸੁਪਰੀਮ ਬਾਡੀ ਹੈ, ਸਾਰੀ ਸਿੱਖ ਕੌਮ ਦੀ ਆ, ਉਹ ਕਿਸੇ ਇਕੱਲੇ ਦੀ ਅਕਾਲੀ ਦਲ ਦੀ ਨਹੀਂ ਹੈ ਜਾਂ ਕਿਸੇ ਦੀ ਹੋਰ ਨਹੀਂ ਹੈਗੀ। ਉਹਨੂੰ ਸੁਪਰੀਮ ਹੀ ਰਹਿਣ ਦੇਣਾ ਚਾਹੀਦਾ। ਉਹਦੇ ਤੇ ਸਾਨੂੰ ਆਪਣੇ ਜਾਤੀ ਗੱਲਾਂ ਦੀ ਖਾਤਰ ਕੋਈ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ, ਨਾ ਐਵੇਂ ਗਲਤ ਗੱਲਾਂ ਕਰਨੀਆਂ ਚਾਹੀਦੀਆਂ, ਉਹਦਾ ਕੋਈ ਫਾਇਦਾ ਨਹੀਂ ਹੋਏਗਾ। ਅਖੀਰਲਾ ਸਵਾਲ, ਸੁਖਬੀਰ ਸਿੰਘ ਬਾਦਲ ਕੋਈ ਕੋਸ਼ਿਸ਼ ਕਰਨਗੇ ਰੁੱਸਿਆਂ ਨੂੰ ਮਨਾਉਣ ਵਾਸਤੇ ਜਾਂ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋਈ?
ਨਹੀਂ, ਸੁਖਬੀਰ ਸਿੰਘ ਬਾਦਲ ਜੀ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਨੇ, ਕਦੇ ਵੀ ਨਹੀਂ ਨਾ ਕਰਦਾ ਬੀਬੀ ਜੀ ਨੂੰ। ਬੰਦੇ ਭੇਜੇ, 3 ਵਾਰੀ ਟੀਮਾਂ ਭੇਜੀਆਂ, ਘਰੇ ਸੱਦ ਕੇ ਆਪ ਬੇਨਤੀ ਕੀਤੀ, ਹੱਥ ਬੰਨ੍ਹ ਕੇ ਬੇਨਤੀ ਕੀਤੀ। ਫਿਰ ਇਹ ਵੀ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਮੈਂ ਵੱਡੇ ਬਾਲ ਸਾਹਿਬ ਤੋਂ ਕਹਾ ਦੇਣਾ ਤੁਹਾਨੂੰ, ਜੇ ਉਹਨਾਂ ਤਾਂ ਹੀ ਹੈਗਾ, ਚਲੋ ਮੇਰੇ ਨਾਲ ਤੁਹਾਡਾ ਕੋਈ ਹੋਊ। ਤੇ ਬੀਬੀ ਜੀ ਕਹਿੰਦੇ ਨਹੀਂ, ਮੈਂ ਤਾਂ ਫੈਸਲਾ ਕਰ ਲਿਆ, ਜੋ ਮਰਜ਼ੀ ਮੈਨੂੰ ਕੋਈ ਕਹਿ ਦੇ, ਮੈਂ ਤਾਂ ਮੰਨਣੀ ਨਹੀਂ ਗੱਲ ਇਹ। ਫਿਰ ਹੁਣ ਇਹਦਾ ਕੀ ਇਲਾਜ ਹੈਗਾ? ਫਿਰ ਕੋਈ ਕਿਸੇ ਕੋਲ ਕੋਈ ਇਲਾਜ ਹੀ ਨਹੀਂ ਹੈਗਾ ਇਹਦਾ ਤਾਂ। ਇੱਕ ਸਟੇਟਮੈਂਟ ਦੀ ਕੱਲ ਕਹਿੰਦੇ ਕਿ ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ, ਔਰ ਉਹ ਕਹਿੰਦੇ ਬੀਜੇਪੀ ਦੀ ਤਾਂ ਕੋਈ ਵੋਟ ਹੀ ਹੈ ਨਹੀਂ, ਜਾਂ ਹੋਰ ਕਿਸੇ ਨੇ ਕੋਈ ਪਿੰਚ ਕਰ ਦਿੱਤਾ ਹੋਏਗਾ ਕੁਝ। ਪਤਾ ਕਿਹਨੇ ਕਿਹਾ ਕੀ ਨਹੀਂ, ਗੱਲ ਦੀ ਕੋਈ ਮੇਰੇ ਤੇ ਨਹੀਂ ਗੱਲ ਹੈਗੀ। ਵੈਸੇ ਵੀ ਸਾਨੂੰ ਨਾ, ਸਾਡੇ ਅਸੀਂ ਸਾਥੀ ਰਹੇ ਹਾਂ ਇਕੱਠੇ, ਇੱਕ ਦੂਜੇ ਨੂੰ ਕੋਈ, ਮੈਂ ਇਸ ਗੱਲ ਦੇ ਹੱਕ 'ਚ ਨਹੀਂ ਕਿਸੇ ਨੂੰ। ਮੈਂ ਤਾਂ ਵੈਸੇ ਇਸ ਰਾਏ ਦਾ ਬੰਦਾ ਸ਼ੁਰੂ ਤੋਂ ਲੈ ਕੇ। ਮੈਂ ਵਿਰੋਧੀਆਂ ਨੂੰ ਵੀ, ਜਿਹੜੇ ਸਾਡੇ ਵਿਰੋਧੀ ਵੀ ਆ, ਚਾਹੇ ਆਪ ਵਾਲੇ ਆ, ਚਾਹੇ ਕਾਂਗਰਸ ਆ, ਜਾਂ ਹੋਰ ਨੇ, ਉਹਨਾਂ ਨੂੰ ਵੀ ਨਹੀਂ ਮੈਂ ਕੋਈ ਇਹੋ ਜਿਹੇ ਸ਼ਬਦ ਬੋਲ ਕੇ, ਮੈਂ ਨਹੀਂ ਚਾਹੁੰਦਾ ਹੁੰਦਾ ਕਦੇ। ਸਭ ਨਾਲ ਸਾਨੂੰ ਰਿਸਪੈਕਟਿਵ ਵਾਲੀ ਗੱਲ ਕਰਨੀ ਚਾਹੀਦੀ ਹੈ, ਹਰੇਕ ਬੰਦੇ ਨਾਲ ਹੀ। ਤੇ ਇਹ ਤਾਂ ਸਾਡੇ ਸਾਥੀ ਰਹੇ ਨੇ ਬੀਬੀ ਜੀ ਤਾਂ। ਮੈਂ ਨਹੀਂ ਕਹਿੰਦਾ ਬੀਬੀ ਜੀ ਦੇ ਖਿਲਾਫ ਅਸੀਂ ਕੋਈ ਇਹੋ ਜਿਹਾ ਲਫ਼ਜ਼ ਬੋਲਿਆ। ਜੇ ਕੋਈ ਬੰਦਾ ਬੋਲਦਾ, ਮੈਂ ਕਹਿੰਦਾ ਠੀਕ ਨਹੀਂ ਹੈਗੀ, ਰਿਸਪੈਕਟ ਨਾਲ ਹੀ ਗੱਲ ਕਰਨੀ ਚਾਹੀਦੀ ਹੈ। ਚਲੋ ਬੰਦੇ ਅੱਡ ਵੀ ਹੋ ਜਾਂਦੇ ਨੇ, ਮੁੜ ਕੇ ਇਕੱਠੇ ਵੀ ਹੋ ਜਾਂਦੇ ਨੇ। ਅਕਾਲੀ ਦਲ ਦੇ ਵਿੱਚੋਂ ਬਹੁਤ ਬੰਦੇ ਨਿਕਲ ਕੇ ਗਏ ਆ, ਦੁਬਾਰਾ ਵਾਪਸ ਵੀ ਆ ਗਏ ਨੇ। ਇਹ ਚੱਲਦਾ ਰਹਿੰਦਾ ਗੱਲਾਂ ਦੇ ਵਿੱਚ। ਅੱਜ ਚੰਗਾ ਰਵਾਂ, ਕੱਲ੍ਹ ਨੂੰ ਇਕੱਠੇ ਵੀ ਹੋ ਸਕਦੇ ਆ। ਪਰ ਮੇਰਾ ਮਤਲਬ, ਸਾਨੂੰ ਕੋਈ ਇਹੋ ਜਿਹੀ ਸ਼ਬਦਾਵਲੀ ਨਾ ਜਿਹੜਾ ਵਿੱਚੋਂ ਪਾਰਟੀ ਤੋਂ ਗਿਆ ਕੋਈ, ਉਹਨੂੰ ਬੋਲਣੀ ਚਾਹੀਦੀ ਹੈ, ਨਾ ਕੋਈ ਸਾਨੂੰ ਬੋਲਣੀ ਚਾਹੀਦੀ ਹੈ। ਜਦੋਂ ਅਸੀਂ ਇਕੱਠੇ ਰਹੇ ਹਾਂ, ਸਾਰਾ ਕੁਝ ਸਤਿਕਾਰ ਕਰਦੇ ਰਹੇ ਇੱਕ ਦੂਜੇ ਦਾ, ਅੱਗੇ ਨੂੰ ਵੀ ਸਤਿਕਾਰ ਹੀ ਕਰਦੇ ਰਹਿਣਾ ਚਾਹੀਦਾ। ਚਲੋ ਇਹ ਬੰਦੇ ਦਾ ਮਨ ਹੁੰਦਾ, ਕਦੇ ਇੱਧਰ ਹੋ ਗਿਆ, ਉਹ ਅਗਲੇ ਦੀ ਮਨ ਦੀ ਇੱਛਾ ਹੈ, ਆਪਾਂ ਕੋਈ ਨਹੀਂ ਕੁਝ ਕਰ ਸਕਦੇ। ਤੁਹਾਡਾ ਵੀ ਸਾਰਿਆਂ ਦਾ ਜੀ ਆਇਆਂ ਨੂੰ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੀ। ਤਾਂ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਸਨ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਔਰ ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਬੀਬੀ ਜਗੀਰ ਕੌਰ ਉਹਨਾਂ ਨੂੰ, ਕਹਿੰਦੇ ਮੇਰੀ ਵੀ ਅਪੀਲ ਹੈ ਕਿ ਮੁੜ ਆਉਣ ਵਾਪਸ ਔਰ ਵਿਚਾਰ ਕਰ ਲੈਣ ਆਪਣੇ ਫੈਸਲੇ ਤੇ, ਕਿਉਂਕਿ ਕਹਿੰਦੇ ਅਕਾਲੀ ਦਲ ਛੱਡ ਕੇ ਜਿੰਨੇ ਵੀ ਲੋਕ ਗਏ ਆ, ਕੋਈ ਵੱਟਿਆ ਨਹੀਂ ਗਿਆ, ਕਿਸੇ ਤਨ ਪੱਤਨ ਲੱਗੇ ਨਹੀਂ ਉਹ ਲੋਕ, ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਗਏ ਹੋਣ। ਤਾਂ ਨਾਲ ਹੀ ਇਹਨਾਂ ਨੇ ਸੁਝਾਅ ਵੀ ਦਿੱਤਾ ਹੈ ਕਿ ਵਾਪਸ ਮੁੜ ਆਉਣ ਬੀਬੀ ਜਗੀਰ ਕੌਰ, ਤੇ ਆਪਣੇ ਫੈਸਲੇ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।